ਹੁਣ ਜੋ ਤੁਸੀਂ ਸੰਦੇਸ਼ ਸੁਣਨ ਵਾਲੇ ਹੋ, ਅਰਨਾ ਟੈਂਗਲ ਨੇ ਲਿਖਿਆ ਅਤੇ ਰਿਕਾਰਡ ਕੀਤਾ। ਅਸਲ ਦੇ ਵਿੱਚ ਇਹ ਉਸ ਸਵਾਲ ਦਾ ਜਵਾਬ ਹੈ ਜਿਸ ਨੂੰ ਉਹ ਆਪਣੀ 9 ਸਾਲ ਦੀ ਉਮਰ ਤੋਂ ਹੀ ਲਗਾਤਾਰ ਲੱਭ ਰਹੀ ਸੀ। ਅਰਨਾ ਟੈਂਗਲ ਦਾ ਜਨਮ ਆਰਥਿਕ ਮੰਦੀ ਦੇ ਦੌਰ ਵਿੱਚ ਹੋਇਆ ਸੀ, ਕਿਉਂਕਿ ਉਹ ਬਹੁਤ ਜ਼ਿਆਦਾ ਗਰੀਬ ਸਨ। ਬਸ ਇਸੇ ਹੀ ਲਈ ਬਚਪਨ ਤੋਂ ਹੀ ਅਲ ਦੇ ਮਨ ਵਿੱਚ ਇੱਕ ਸਵਾਲ ਬਾਰ-ਬਾਰ ਆਉਂਦਾ ਰਹਿੰਦਾ ਕਿ ਕਿਉਂ ਕੁਝ ਲੋਕਾਂ ਦਾ ਜਨਮ ਸਿਰਫ ਐਸ਼ ਆਰਾਮ ਲਈ ਹੁੰਦਾ ਹੈ, ਜਦਕਿ ਬਾਕੀ ਦੇ ਲੋਕ ਉਸ ਦੇ ਪਰਿਵਾਰ ਦੀ ਤਰ੍ਹਾਂ ਜੀਵਨ ਗੁਜ਼ਾਰਨ ਲਈ ਸਿਰਫ ਸੰਘਰਸ਼ ਕਰਦੇ ਰਹਿੰਦੇ ਹਨ। ਵੱਡੇ ਬਜ਼ੁਰਗਾਂ ਕੋਲੋਂ ਜਦ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਤੇ ਫਿਰ ਉਸਨੂੰ ਜੋ ਵੀ ਮਿਲਦਾ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਕਿਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਲੁਕਿਆ ਹੋਵੇ। ਕਈ ਸਾਲ ਲੰਘ ਗਏ। ਜਦ ਅਲ 35 ਸਾਲ ਦੀ ਸੀ, ਉਸਨੇ ਇਸ ਸੰਦੇਸ਼ ਨੂੰ ਲਿਖਿਆ ਅਤੇ ਰਿਕਾਰਡ ਕਰਵਾਇਆ। ਇੱਕ ਸ਼ਨੀਵਾਰ ਦੀ ਸਵੇਰ ਨੂੰ ਉਸਦੀ ਗੈਰ ਹਾਜ਼ਰੀ ਵਿੱਚ ਇੱਕ ਸੇਲਜ਼ਮੈਨ ਦੇ ਛੋਟੇ ਜਿਹੇ ਸਮੂਹ ਦੇ ਵਿੱਚ ਉਸਦਾ ਰਿਕਾਰਡ ਕੀਤਾ ਹੋਇਆ ਸੰਦੇਸ਼ ਸੁਣਾਇਆ ਗਿਆ। ਜਦੋਂ ਅਲ ਵਾਪਿਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸ ਦੇ ਸੰਦੇਸ਼ ਦਾ ਉਹਨਾਂ ਲੋਕਾਂ ਦੇ ਉੱਪਰ ਏਦਾਂ ਦਾ ਅਨੋਖਾ ਜਾਦੂ ਹੋਇਆ ਹੈ ਕਿ ਉਹ ਆਪਣੇ ਘਰਦਿਆਂ ਲਈ ਤੇ ਆਪਣੇ ਸੱਜਣ ਮਿੱਤਰਾਂ ਲਈ ਉਸ ਦੀ ਰਿਕਾਰਡਿੰਗ ਚਾਹੁੰਦੇ ਹਨ। ਭਾਰੀ ਫਰਮਾਇਸ਼ ਨੂੰ ਪੂਰਾ ਕਰਨ ਲਈ ਅਲ ਨੇ ਕੋਲੰਬੀਆ ਰਿਕਾਰਡ ਨਾਲ ਗੱਲ ਕੀਤੀ ਅਤੇ ਆਪਣੇ ਰਿਕਾਰਡ ਦੀਆਂ ਕਈ ਕਾਪੀਆਂ ਬਣਵਾਈਆਂ। ਅਲ ਦੀ ਹੈਰਾਨੀ ਦਾ ਠਿਕਾਣਾ ਹੀ ਨਾ ਰਿਹਾ ਜਦ ਬਿਨਾਂ ਕਿਸੇ ਵਿਗਿਆਪਨ, ਪ੍ਰਚਾਰ ਜਾਂ ਮਾਰਕੀਟਿੰਗ ਦੇ ਉਸ ਦੇ ਸੰਦੇਸ਼ ਦੀਆਂ 10 ਲੱਖ ਕਾਪੀਆਂ ਵਿਕ ਗਈਆਂ। ਅਲ ਨੂੰ ਸਵਰਨ ਅਵਾਰਡ ਵੀ ਮਿਲਿਆ। ਆਪਣੇ ਸੰਦੇਸ਼ ਨੂੰ ਅਲ ਨੇ ਮਾਣ ਦਿੱਤਾ ਸੀ, ਸਰਵਵਾਦੀ ਆਸ਼ਚਰਯਜਨਕ ਰਹੱਸ। ਇਹ ਇੱਕ ਇਕੱਲੀ ਰਿਕਾਰਡਿੰਗ ਹੀ ਸੀ ਜਿਸ ਦਾ ਇੱਕ ਵਿਆਪਕ ਉਦਯੋਗ ਉਪਜਿਆ ਅਤੇ ਸਥਾਪਿਤ ਹੋਇਆ, ਜੋ ਕਿ ਅਲ ਨੇ ਸਰਵਵਾਦੀ ਆਸ਼ਚਰਯਜਨਕ ਰਹੱਸ ਦਾ ਇੱਕ ਸੱਚਾ ਸੁੱਚਾ ਅਰਥ ਲੱਭ ਲਿਆ ਸੀ, ਜਿਸ ਨਾਲ ਕਿਸੇ ਦੇ ਜੀਵਨ ਦੀਆਂ ਉਪਲਬਧੀਆਂ ਨਿਰਧਾਰਿਤ ਹੁੰਦੀਆਂ ਹਨ। ਉਹ ਖੁਦ ਵੀ ਇੱਕ ਵੱਡੀ ਗਰੀਬੀ ਦੇ ਵਿੱਚੋਂ ਬਾਹਰ ਨਿਕਲ ਆਏ, ਘਰ ਘਰ ਦਾ ਜਾਣਿਆ ਪਹਿਚਾਨਿਆ ਨਾਮ ਹੋ ਗਏ। ਦੂਰ ਦਰਾਡੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਕਾਪੀਆਂ ਫੈਲੀਆਂ ਤੇ ਉਹਨਾਂ ਦਾ ਦੈਨਿਕ ਰੇਡੀਓ ਪ੍ਰੋਗਰਾਮ ਸਾਡੀ ਬਦਲਦੀ ਦੁਨੀਆ ਦਾ ਸਭ ਤੋਂ ਵੱਧ ਪ੍ਰਯੋਜਨ ਵਾਲਾ ਪ੍ਰੋਗਰਾਮ ਬਣ ਗਿਆ, ਜਿਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਮਝ ਆਉਣ ਲੱਗ ਪਿਆ। ਮੈਂ ਡਾਇਨਾ ਨਾਈਟਿੰਗੇਲ ਹਾਂ। 1979 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੈਂ ਲਗਾਤਾਰ ਇਹ ਕੋਸ਼ਿਸ਼ ਕਰਦੀ ਰਹੀ ਕਿ ਦੁਨੀਆ ਨੂੰ ਪ੍ਰੇਰਿਤ ਤੇ ਰੋਮਾਂਚਕ ਕਰ ਦੇਣ ਵਾਲੇ ਅਲ ਦੇ 13 ਹੀ ਸੰਦੇਸ਼ ਨਵੇਂ ਤੋਂ ਨਵੇਂ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਕੋਨੇ-ਕੋਨੇ ਵਿੱਚ ਪਹੁੰਚਾ ਦੇਵਾਂ। ਅੱਜ ਵਿਅਕਤੀਗਤ ਵਿਕਾਸ ਬਹੁਤ ਅੱਗੇ ਵਿਕਸਿਤ ਹੋ ਚੁੱਕਾ ਹੈ, ਲੇਕਿਨ ਅੱਜ ਵੀ ਦੁਨੀਆ ਭਰ ਦੇ ਲੋਕ ਸਰਵਵਾਦੀ ਆਸ਼ਚਰਯਜਨਕ ਰਹੱਸ ਨੂੰ ਇੱਕ ਅਜਿਹਾ ਸੰਦੇਸ਼ ਮੰਨਦੇ ਹਨ ਜਿਸ ਨੇ ਉਹਨਾਂ ਦੇ ਜੀਵਨ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਅਲ ਨੇ ਆਪਣੇ ਪਿਛਲੇ ਜੀਵਨ ਦੇ 32 ਸਾਲਾਂ ਵਿੱਚ ਦ ਸਟ੍ਰੇਂਜਰ ਸੀਕ੍ਰੇਟ ਨੂੰ ਬਦਲਦੇ ਸਮੇਂ ਦੇ ਨਾਲ ਕਈ ਵਾਰ ਸੰਸ਼ੋਧਿਤ ਕੀਤਾ। ਇਹਨਾਂ ਪਰਿਵਰਤਨਾਂ ਦੇ ਕਾਰਨ ਤੇ ਇਸ ਦੇ ਬਾਵਜੂਦ ਮੇਰਾ ਵਿਸ਼ਵਾਸ ਹੈ ਕਿ ਇਸ ਅਮੁੱਲ ਰਿਕਾਰਡਿੰਗ ਦੇ ਇਤਿਹਾਸਿਕ ਰਹੱਸ ਦੀ ਸਰਾਹਨਾ ਜ਼ਰੂਰ ਕਰੋਗੇ। ਜਦ ਵੀ ਸੁਣੋਗੇ ਤਾਂ ਨਿਸ਼ਚਿਤ ਤੌਰ ਤੇ ਇਸ ਗੱਲ ਵੱਲ ਗੌਰ ਕਰੋਗੇ ਕਿ ਇਹ ਸੰਦੇਸ਼ ਅੱਜ ਵੀ ਓਨਾ ਹੀ ਸਹੀ, ਓਨਾ ਹੀ ਕੀਮਤੀ ਤੇ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਦੀ ਉਸ ਸਮੇਂ ਸੀ। ਆਓ ਹੁਣ ਸਭ ਦਾ ਸਵਾਗਤ ਕਰਦੀ ਹਾਂ ਤੇ ਤੁਸੀਂ ਸਭ ਆਰਾਮ ਨਾਲ ਬੈਠ ਜਾਓ ਅਤੇ ਅਰਨਾ ਟੈਂਗਲ ਦੇ ਇਸ ਅਮੁੱਲ ਰਿਕਾਰਡਿੰਗ ਸਰਵਵਾਦੀ ਆਸ਼ਚਰਯਜਨਕ ਰਹੱਸ ਦਾ ਆਨੰਦ ਲਓ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਦੁਨੀਆ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਆਸ਼ਚਰਯ ਕੀ ਹੈ। ਇਸ ਗੱਲ ਨੂੰ ਅਜੇ ਜ਼ਿਆਦਾ ਸਮੇਂ ਨਹੀਂ ਹੋਇਆ। ਇੱਕ ਮਹਾਨ ਚਿਕਿਤਸਕ ਅਤੇ ਨੋਬਲ ਪੁਰਸਕਾਰ ਵਿਜੇਤਾ ਐਲਬਰਟ ਸਵਿਟਜ਼ਰਲੈਂਡ ਤੋਂ ਲੰਡਨ ਵਿੱਚ ਇੱਕ ਗੱਲਬਾਤ ਦੇ ਦੌਰਾਨ ਇੱਕ ਆਦਮੀ ਨੇ ਪੁੱਛਿਆ, ਅੱਜ ਦੇ ਆਦਮੀ ਨਾਲ ਸਭ ਤੋਂ ਗਲਤ ਗੱਲ ਕੀ ਹੈ?
ਮਹਾਨ ਡਾਕਟਰ 1 ਮਿੰਟ ਤਾਂ ਪਹਿਲਾਂ ਚੁੱਪ ਰਿਹਾ ਤੇ ਫਿਰ ਕਿਹਾ ਕਿ ਆਦਮੀ ਸੋਚਦਾ ਹੀ ਨਹੀਂ। ਅੱਜ ਮੈਂ ਵੀ ਇਸ ਬਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਇੱਕ ਸੁਨਹਿਰੀ ਯੁੱਗ ਵਿੱਚ ਵਿਚਰ ਰਹੇ ਹਾਂ। ਇਹ ਉਹ ਦੌਰ ਹੈ ਜਿਸ ਲਈ ਇਨਸਾਨ ਲਈ ਬਹੁਤ ਪਹਿਲਾਂ ਤੋਂ ਸੁਪਨੇ ਦੇਖ ਰਿਹਾ ਸੀ ਤੇ ਮਿਹਨਤ ਵੀ ਕਰ ਰਿਹਾ ਸੀ। ਜੇ ਅੱਜ ਸਾਨੂੰ ਇਹ ਦੌਰ ਮਿਲ ਗਿਆ ਹੈ ਤਾਂ ਅਸੀਂ ਇਸ ਨੂੰ ਪ੍ਰਤਿਤ ਮੰਨ ਲਿਆ, ਜਿਵੇਂ ਕਿ ਉਪਹਾਰ ਵਿੱਚ ਮਿਲਿਆ ਹੋਵੇ। ਲੇਕਿਨ ਇਸ ਦੇ ਪਿੱਛੇ ਲੁਕੀ ਹੋਈ ਮਿਹਨਤ ਅਤੇ ਸੰਘਰਸ਼ ਨੂੰ ਭੁੱਲ ਗਏ ਹਾਂ। ਕੀ ਤੁਹਾਨੂੰ ਪਤਾ ਹੈ ਇਹ ਹੁੰਦਾ ਕੀ ਹੈ? ਚਲੋ ਅਸੀਂ ਕੁਝ 100 ਲੋਕਾਂ ਨੂੰ ਲੈ ਲੈਂਦੇ ਹਾਂ ਜਿਨ੍ਹਾਂ ਨੇ 25 ਸਾਲ ਦੀ ਉਮਰ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ। ਕੀ ਇਹ ਅਨੁਮਾਨ ਹੈ ਕਿ 65 ਸਾਲ ਦੀ ਉਮਰ ਤੱਕ ਪਹੁੰਚਦੇ ਇਹਨਾਂ ਨਾਲ ਕੀ ਹੋਵੇਗਾ? 25 ਸਾਲ ਦੀ ਉਮਰ ਦੇ ਵਿੱਚ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਇਹਨਾਂ ਦਾ ਵਿਸ਼ਵਾਸ ਸੀ ਕਿ ਇਹ ਕਾਮਯਾਬ ਹੋਣਗੇ। ਜੇਕਰ ਇਹਨਾਂ ਵਿੱਚੋਂ ਕਿਸੇ ਨੂੰ ਪੁੱਛਿਆ ਜਾਵੇ ਕਿ ਉਹ ਕਾਮਯਾਬ ਹੋਣਾ ਚਾਹੁੰਦੇ ਹਨ ਤਾਂ ਕਹਿਣਗੇ ਜ਼ਰੂਰ। ਤੁਸੀਂ ਇਹ ਵੀ ਨੋਟ ਕੀਤਾ ਹੋਣਾ ਹੈ ਕਿ ਉਹਨਾਂ ਦਾ ਜੀਵਨ ਪ੍ਰਤੀ ਉਤਸ਼ਾਹ ਅਤੇ ਜਿਗਿਆਸਾ ਵੀ ਹੈ। ਅੱਖਾਂ ਵਿੱਚ ਖਾਸ ਤਰ੍ਹਾਂ ਦੀ ਚਮਕ ਅਤੇ ਹਾਵ ਭਾਵ ਵਿੱਚ ਇੱਕ ਸਪਸ਼ਟ ਦ੍ਰਿੜਤਾ ਹੈ ਅਤੇ ਉਹ ਜੀਵਨ ਸਾਹਮਣੇ ਇੱਕ ਖੂਬਸੂਰਤ ਤੇ ਇੱਕ ਰੌਚਕ ਅਭਿਆਨ ਦੀ ਤਰ੍ਹਾਂ ਹੋਵੇਗਾ। ਲੇਕਿਨ 65 ਸਾਲ ਦੀ ਉਮਰ ਵਿੱਚ ਉਹਨਾਂ ਵਿੱਚੋਂ ਇੱਕ ਅਮੀਰ ਬਣ ਗਿਆ ਹੋਵੇਗਾ ਤੇ 4 ਆਰਥਿਕ ਤੌਰ ਤੇ ਨਿਰਭਰ ਹੋ ਚੁੱਕੇ ਹੋਣਗੇ। ਹੁਣ ਜ਼ਰਾ ਇੱਕ ਵਾਰ ਸੋਚੋ ਕਿ 100 ਲੋਕਾਂ ਵਿੱਚੋਂ ਸਿਰਫ 5 ਹੀ ਕਿਸੇ ਮੁਕਾਮ ਤੱਕ ਪਹੁੰਚ ਸਕੇ। ਇੰਨਾ ਜ਼ਿਆਦਾ ਨਾਕਾਮਯਾਬ ਕਿਉਂ ਰਹੇ? ਉਸ ਚਮਕ ਅਤੇ ਚਿੰਗਾਰੀ ਦਾ ਕੀ ਬਣਿਆ ਜੋ 25 ਸਾਲ ਦੀ ਉਮਰ ਵਿੱਚ ਉਹਨਾਂ ਦੇ ਅੰਦਰ ਸੀ? ਉਹਨਾਂ ਦੇ ਸੁਪਨੇ, ਉਮੀਦਾਂ ਤੇ ਯੋਜਨਾਵਾਂ ਦਾ ਕੀ ਬਣਿਆ? ਆਦਮੀ ਜੋ ਕਰਨਾ ਚਾਹੁੰਦਾ ਹੈ ਤੇ ਜੋ ਕਰ ਪਾਉਂਦਾ ਹੈ, ਉਸ ਵਿੱਚ ਐਡਾ ਵੱਡਾ ਅੰਤਰ ਕਿਉਂ ਹੈ? ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 5% ਹੀ ਸਫਲਤਾ ਮਿਲੀ ਤੇ ਫਿਰ ਸਫਲਤਾ ਨੂੰ ਸਪਸ਼ਟ ਵੀ ਤੇ ਕਰਨਾ ਹੋਏਗਾ। ਇਹ ਹੈ ਸਫਲਤਾ ਦੀ ਪਰਿਭਾਸ਼ਾ। ਸਫਲਤਾ ਦਾ ਅਰਥ ਕਿਸੇ ਮਹਾਨ ਇਰਾਦੇ ਨੂੰ ਸਪਸ਼ਟ ਨਿਰਧਾਰਿਤ ਕਰਦੇ ਹੋਏ ਉਸ ਦਿਸ਼ਾ ਵੱਲ ਅੱਗੇ ਵਧਣਾ। ਜੇ ਇੱਕ ਆਦਮੀ ਪਹਿਲਾਂ ਹੀ ਨਿਰਧਾਰਿਤ ਲਕਸ਼ ਵੱਲ ਕੰਮ ਕਰ ਰਿਹਾ ਹੈ ਤੇ ਜਾਣਦਾ ਹੈ ਕਿ ਉਹ ਕਿੱਥੇ ਜਾ ਰਿਹਾ ਹੈ ਤੇ ਕਿੱਥੇ ਉਹਨੇ ਜਾਣਾ ਹੈ, ਉਹੀ ਵਿਅਕਤੀ ਸਫਲ ਹੈ। ਜੇਕਰ ਉਹ ਏਦਾਂ ਨਹੀਂ ਕਰ ਰਿਹਾ ਹੈ ਤਾਂ ਉਹ ਅਸਫਲ ਹੈ। ਜੋ ਸਫਲਤਾ ਨਿਰਧਾਰਿਤ ਲਕਸ਼ ਨੂੰ ਸਮਝਦੇ ਹੋਏ ਉਸ ਦਿਸ਼ਾ ਵੱਲ ਅੱਗੇ ਵਧਣਾ ਹੈ। ਮਹਾਨ ਮਨੋਵਿਗਿਆਨਿਕ ਰੇਲੋ ਮੇ ਨੇ ਇੱਕ ਅਦਭੁਤ ਕਿਤਾਬ ਲਿਖੀ, ਮਨੁੱਖ ਦੀ ਖੁਦ ਦੀ ਖੋਜ। ਇਸ ਕਿਤਾਬ ਵਿੱਚ ਉਹਨਾਂ ਨੇ ਲਿਖਿਆ ਕਿ ਸਾਡੇ ਸਮਾਜ ਵਿੱਚ ਸਾਹਸ ਅਤੇ ਹੌਸਲੇ ਦੀ ਵੱਧ ਰਹੀ ਚੀਜ਼ ਕਾਇਰਤਾ ਨਹੀਂ, ਸਗੋਂ ਇਹ ਹੈ ਅਨੁਰੂਪਤਾ। ਮਤਲਬ ਕਿ ਬਿਨਾਂ ਸੋਚੇ ਵਿਚਾਰੇ ਭਿੰਨ ਦੇ ਅਨੁਰੂਪ ਚੱਲਣ ਦੀ ਮਨੋਸਥਿਤੀ। ਜ਼ਿਆਦਾਤਰ ਲੋਕ ਉਦਾਂ ਹੀ ਕਰ ਰਹੇ ਹਨ ਜਿਵੇਂ ਕਿ ਦੂਸਰੇ ਕਰ ਰਹੇ ਹਨ, ਇੱਕ ਜਾਣੇ ਸਮਝੇ ਬਿਨਾਂ ਹੀ ਕਿ ਕਿਉਂ। 7 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ ਤੇ 25 ਸਾਲ ਦੇ ਹੁੰਦੇ ਹੁੰਦੇ ਰੋਜ਼ੀ ਰੋਟੀ ਕਮਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਪਰਿਵਾਰ ਦੀ ਦੇਖਭਾਲ ਵੀ। 65 ਸਾਲ ਤੱਕ ਹੋਣ ਤੱਕ ਵੀ ਅਸੀਂ ਇਹ ਨਹੀਂ ਸਿੱਖ ਪਾਉਂਦੇ ਕਿ ਆਰਥਿਕ ਰੂਪ ਤੇ ਆਰਥਿਕ ਨਿਰਭਰਤਾ ਤੇ ਨਿਸ਼ਚੇ ਕਿਵੇਂ ਹੋਇਆ ਜਾਏ। ਕਿਉਂ? ਸਿਰਫ ਇਸ ਲਈ ਕਿ ਅਸੀਂ ਦੂਸਰਿਆਂ ਦੇ ਦੱਸੇ ਰਾਹਾਂ ਅਨੁਸਾਰ ਚੱਲਦੇ ਹਾਂ। ਸਮੱਸਿਆ ਇਹੀ ਹੈ ਕਿ ਅਸੀਂ ਸਮਾਜ ਦੇ ਉਸ ਵੱਡੇ ਅਤੇ ਗਲਤ ਪ੍ਰਤੀਸ਼ਤ ਦਾ ਅਨੁਕਰਨ ਕਰ ਰਹੇ ਹਾਂ। ਮਤਲਬ ਕਿ ਉਹਨਾਂ 95% ਦਾ ਹੈ ਜੋ ਕਾਮਯਾਬ ਨਹੀਂ ਹੋਏ। ਹੁਣ ਸਵਾਲ ਇਹ ਹੈ ਕਿ ਇੰਨੀ ਜ਼ਿਆਦਾ ਸੰਖਿਆ ਦੇ ਲੋਕ ਹੋਰਾਂ ਦੀ ਨਕਲ ਕਿਉਂ ਕਰਦੇ ਹਨ? ਉਹ ਇਸ ਦਾ ਜਵਾਬ ਨਹੀਂ ਜਾਣਦੇ। ਇਹਨਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਪ੍ਰਤੀਸਥਿਤੀਆਂ ਨੇ ਉਹਨਾਂ ਦਾ ਜੀਵਨ ਇੱਕ ਸਾਂਚੇ ਵਿੱਚ ਕਰ ਦਿੱਤਾ ਹੈ। ਏਦਾਂ ਦੇ ਲੋਕ ਬਾਹਰ ਦੀਆਂ ਸ਼ਕਤੀਆਂ ਤੋਂ ਹੀ ਨਿਰਦੇਸ਼ ਲੈਣ ਵਾਲੇ ਹੁੰਦੇ ਹਨ।
ਇੱਕ ਵਾਰ ਬਹੁਤ ਕੰਮ ਕਰਨ ਵਾਲਿਆਂ ਤੇ ਨਿਰੀਖਣ ਕੀਤਾ ਗਿਆ। ਉਹਨਾਂ ਤੋਂ ਸਵਾਲ ਪੁੱਛੇ ਗਏ ਕਿ ਤੁਸੀਂ ਕੰਮ ਕਿਉਂ ਕਰਦੇ ਹੋ, ਸਵੇਰੇ ਸ਼ਾਮ ਕਿਉਂ ਉੱਠਦੇ ਹੋ। 20 ਵਿੱਚੋਂ 19 ਤਾਂ ਕੋਲ ਕੋਈ ਜਵਾਬ ਹੀ ਨਹੀਂ ਸੀ। ਜੇਕਰ ਉਹਨਾਂ ਕੋਲੋਂ ਪੁੱਛੋ ਤਾਂ ਕਹਿਣਗੇ ਕਿ ਸਭ ਸਵੇਰੇ ਉੱਠਦੇ ਹਨ, ਕੰਮ ਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਉਹ ਵੀ ਏਦਾਂ ਹੀ ਕਰ ਰਹੇ ਹਨ, ਕਿਉਂਕਿ ਬਾਕੀ ਦੇ ਲੋਕ ਏਦਾਂ ਕਰ ਰਹੇ ਹਨ। ਹੁਣ ਅਸੀਂ ਆਪਣੀ ਸਫਲਤਾ ਦੀ ਪਰਿਭਾਸ਼ਾ ਤੇ ਵਾਪਸ ਚੱਲਦੇ ਹਾਂ। ਸਫਲ ਕੌਣ ਹੁੰਦਾ ਹੈ? ਜੋ ਆਪਣਾ ਲਕਸ਼ ਸਾਧ ਕੇ ਉਸ ਵੱਲ ਚੱਲਦਾ ਹੈ ਤੇ ਫਿਰ ਉਸ ਦੀ ਪ੍ਰਾਪਤੀ ਲਈ ਉਸ ਦਿਸ਼ਾ ਵੱਲ ਚੱਲਦਾ ਹੈ। ਐਸਾ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਇਹ ਬਣਨਾ ਹੈ, ਉਹ ਉਸੇ ਦਿਸ਼ਾ ਵੱਲ ਹੀ ਕੰਮ ਕਰਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਕਿ ਸਫਲ ਵਿਅਕਤੀ ਕੌਣ ਹੈ। ਇੱਕ ਸਕੂਲ ਅਧਿਆਪਕ ਸਭ ਸਫਲ ਹੈ, ਜੋ ਬੱਚਿਆਂ ਨੂੰ ਇਸ ਲਈ ਪੜ੍ਹਾ ਰਹੀ ਹੈ ਕਿਉਂਕਿ ਉਹ ਇਹੀ ਕਰਨਾ ਚਾਹੁੰਦੀ ਸੀ। ਉਹ ਔਰਤ ਆਪਣੇ ਜੀਵਨ ਵਿੱਚ ਸਫਲ ਹੈ, ਜੋ ਇੱਕ ਪਤਨੀ ਤੇ ਇੱਕ ਮਾਂ ਹੈ, ਕਿਉਂਕਿ ਉਹ ਇੱਕ ਪਤਨੀ ਤੇ ਇੱਕ ਮਾਂ ਹੀ ਬਣਨਾ ਚਾਹੁੰਦੀ ਸੀ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਿਭਾ ਰਹੀ ਹੈ। ਉਸ ਕੋਲੇ ਦਾ ਗੈਸ ਸਟੇਸ਼ਨ ਚਲਾਉਣ ਵਾਲਾ ਸਫਲ ਹੈ, ਕਿਉਂਕਿ ਉਸਨੇ ਇਹੀ ਪੇਸ਼ਾ ਕਰਨ ਦਾ ਇਰਾਦਾ ਰੱਖਿਆ ਸੀ। ਉਹ ਸੇਲਜ਼ਮੈਨ ਕਾਮਯਾਬ ਹੈ, ਜੋ ਟੌਪ ਦਾ ਸੇਲਜ਼ਮੈਨ ਹੀ ਬਣਨਾ ਚਾਹੁੰਦਾ ਸੀ ਅਤੇ ਉਸੇ ਇਰਾਦੇ ਵੱਲ ਆਪਣਾ ਵਪਾਰ ਚਲਾਉਂਦਾ ਹੈ। ਸੋਚਿਆ ਸਮਝਿਆ ਕੰਮ ਬਹੁਤ ਸੋਚ ਸਮਝ ਕੇ ਹੀ ਕਰ ਰਿਹਾ ਹੈ, ਕਿਉਂਕਿ ਉਹ ਇਹੀ ਕੰਮ ਹੈ ਜਿਸ ਨੂੰ ਸੋਚ ਸਮਝ ਕੇ ਕਰਨ ਦਾ ਫੈਸਲਾ ਕੀਤਾ ਸੀ। ਲੇਕਿਨ 20 ਵਿੱਚੋਂ ਇੱਕ ਹੀ ਆਦਮੀ ਐਸਾ ਕਰ ਪਾਉਂਦਾ ਹੈ। ਕੋਈ ਹੋਰ ਵਿਚਾਰ ਕਰਨ ਦੀ ਬਜਾਏ ਸਾਨੂੰ ਹਮੇਸ਼ਾ ਮੌਲਿਕ ਸਿਧਾਂਤ ਸਥਾਪਿਤ ਕਰਨੇ ਹਨ। ਲਗਭਗ ਮੈਂ 20 ਸਾਲਾਂ ਦੀ ਉਮਰ ਤੋਂ ਹੀ ਇਸ ਕੁੰਜੀ ਦੀ ਖੋਜ ਕਰਦਾ ਰਿਹਾ ਕਿ ਜਿਸ ਆਦਮੀ ਦੇ ਆਉਣ ਵਾਲੇ ਕੱਲ ਦੇ ਬਾਰੇ ਪਹਿਲਾਂ ਤੋਂ ਹੀ ਸਭ ਕੁਝ ਆਪਣੇ ਮਨ ਅਨੁਸਾਰ ਨਿਰਧਾਰਿਤ ਕੀਤਾ ਜਾ ਸਕੇ। ਕੀ ਅਜਿਹੀ ਕੋਈ ਕੁੰਜੀ ਹੈ? ਮੈਂ ਜਾਣਨਾ ਚਾਹੁੰਦਾ ਹਾਂ ਕਿ ਭਵਿੱਖ ਦੇ ਬਾਰੇ ਸਭ ਕੁਝ ਤੈਅ ਕਰ ਲਿਆ ਜਾਵੇ ਤੇ ਅਸੀਂ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਵੀ ਕਰ ਸਕੀਏ। ਕੀ ਅਜਿਹੀ ਕੋਈ ਕੁੰਜੀ ਹੈ ਜੋ ਆਦਮੀ ਨੂੰ ਸਫਲ ਹੋਣ ਦੀ ਗਾਰੰਟੀ ਦੇ ਸਕੇ? ਕਾਸ਼ ਆਦਮੀ ਇਸ ਕੁੰਜੀ ਦੇ ਬਾਰੇ ਜਾਣ ਸਕੇ। ਮੈਂ ਤੁਹਾਨੂੰ ਇੱਕ ਐਸੀ ਕੁੰਜੀ ਦੱਸਦੀ ਹਾਂ ਕਿ ਐਸੀ ਕੁੰਜੀ ਉਪਲਬਧ ਹੈ। ਮੈਂ ਇਸ ਨੂੰ ਪਾਇਆ ਵੀ ਹੈ। ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਹੋਈ ਹੈ ਕਿ ਦੁਨੀਆ ਵਿੱਚ ਬਹੁਤ ਜਣੇ ਲੋਕ ਬਹੁਤ ਸਖਤ ਮਿਹਨਤ ਕਰਦੇ ਹਨ, ਲੇਕਿਨ ਉਹਨਾਂ ਨੂੰ ਜੀਵਨ ਕੁਝ ਖਾਸ ਨਹੀਂ ਮਿਲ ਪਾਇਆ, ਜਦਕਿ ਕੁਝ ਲੋਕਾਂ ਨੂੰ ਤੇ ਬਿਨਾਂ ਕੁਝ ਮਿਲਿਆ ਸਭ ਕੁਝ ਮਿਲ ਜਾਂਦਾ ਹੈ, ਜਿਵੇਂ ਕਿ ਉਹਨਾਂ ਦੇ ਹੱਥਾਂ ਵਿੱਚ ਕੋਈ ਜਾਦੂ ਹੋਵੇ। ਜੀ ਹਾਂ, ਤੁਸੀਂ ਕਈਆਂ ਨੂੰ ਇਹ ਗੱਲ ਕਰਦੇ ਸੁਣਿਆ ਹੋਵੇਗਾ ਕਿ ਉਹ ਜਿਸ ਚੀਜ਼ ਨੂੰ ਛੂਹ ਲੈਣ ਉਹ ਸੋਨਾ ਬਣ ਜਾਂਦੀ ਹੈ। ਕੀ ਤੁਸੀਂ ਗੌਰ ਕੀਤਾ ਹੈ, ਜੋ ਆਦਮੀ ਆਪਣੇ ਜੀਵਨ ਵਿੱਚ ਕਾਮਯਾਬ ਹੋਇਆ ਹੈ ਉਹ ਹਮੇਸ਼ਾ ਸਫਲਤਾ ਵੱਲ ਹੀ ਪ੍ਰਗਤੀਸ਼ੀਲ ਰਿਹਾ, ਜਦਕਿ ਅਸਫਲ ਵਿਅਕਤੀ ਹਮੇਸ਼ਾ ਅਸਫਲਤਾ ਵੱਲ ਹੀ ਕੰਮ ਕਰਦਾ ਰਿਹਾ। ਏਦਾਂ ਸਿਰਫ ਲਕਸ਼ ਸਾਧਨ ਦੇ ਕਾਰਨ ਹੀ ਹੋਇਆ। ਸਾਡੇ ਵਿੱਚ ਕੁਝ ਲੋਕ ਸਾਹਮਣੇ ਲਕਸ਼ ਇਰਾਦਾ ਹੁੰਦਾ ਹੈ ਤੇ ਕੁਝ ਲੋਕਾਂ ਵਿੱਚ ਲਕਸ਼ ਇਰਾਦਾ ਹੁੰਦਾ ਹੀ ਨਹੀਂ। ਲਕਸ਼ ਨਾਲ ਰੱਖਣ ਵਾਲੇ ਵਿਅਕਤੀ ਹਮੇਸ਼ਾ ਸਫਲ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਕਿਸ ਦਿਸ਼ਾ ਵੱਲ ਅੱਗੇ ਜਾਣਾ ਹੈ। ਇੱਕ ਅਜਿਹੇ ਜਹਾਜ਼ ਬਾਰੇ ਸੋਚੋ ਜੋ ਕਿ ਬੰਦਰਗਾਹ ਤੋਂ ਚੱਲਣ ਹੀ ਵਾਲਾ ਹੈ। ਆਪਣੀ ਯਾਤਰਾ ਲਈ ਨਕਸ਼ਾ ਤੇ ਪੂਰੀ ਯੋਜਨਾ ਦੇ ਅਨੁਸਾਰ ਜਹਾਜ਼ ਆਪਣੇ ਕੈਪਟਨ ਤੇ ਚਾਲਕ ਦਲ ਨੂੰ ਇਹੀ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਹ ਕਿੱਥੇ ਜਾ ਰਹੇ ਹਨ ਤੇ ਕਿੰਨਾ ਸਮਾਂ ਲੱਗਣਾ ਹੈ। ਇਸ ਜਹਾਜ਼ ਦੇ ਸਾਹਮਣੇ ਇੱਕ ਸਪਸ਼ਟ ਲਕਸ਼ ਹੈ। ਸਪਸ਼ਟ ਲਕਸ਼ ਅਤੇ ਨਕਸ਼ਾ ਰੱਖਣ ਵਾਲੇ ਜਹਾਜ਼ 10,000 ਅਭਿਆਨਾਂ ਵਿੱਚੋਂ 9,999 ਵਾਰੀ ਆਪਣੇ ਉਸੇ ਲਕਸ਼ ਤੇ ਪਹੁੰਚਦੇ ਹਨ ਜਿੱਥੋਂ ਵਾਸਤੇ ਉਹ ਚੱਲਿਆ ਹੈ, ਮਤਲਬ ਕਿ 100% ਲਕਸ਼ ਤੇ ਹੀ।
ਇਸੇ ਤਰ੍ਹਾਂ ਹੀ ਇੱਕ ਦੂਸਰੇ ਜਹਾਜ਼ ਬਾਰੇ ਸੋਚਦੇ ਹਾਂ। ਫਰਕ ਸਿਰਫ ਇੰਨਾ ਹੈ ਕਿ ਉਸ ਉੱਪਰ ਕੋਈ ਕੈਪਟਨ ਨਹੀਂ ਹੈ, ਨਾ ਹੀ ਕੋਈ ਚਾਲਕ ਸਵਾਰ ਹੈ। ਇਸ ਜਹਾਜ਼ ਦੇ ਸਾਹਮਣੇ ਕੋਈ ਲਕਸ਼ ਵੀ ਨਹੀਂ, ਕੋਈ ਸੰਦੇਸ਼ ਵੀ ਨਹੀਂ, ਬਸ ਇੰਜਨ ਚਾਲੂ ਕਰਕੇ ਜਾਣ ਦਿੱਤਾ ਜਾਵੇ। ਮੈਂ ਸੋਚਦਾ ਹਾਂ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ, ਬੰਦਰਗਾਹਾਂ ਤੋਂ ਨਿਕਲਣ ਵਾਲੇ ਜਹਾਜ਼ ਜਾਂ ਤਾਂ ਡੁੱਬ ਜਾਏਗਾ, ਜਾਂ ਤੂਫਾਨ ਵਿੱਚ ਫਸ ਜਾਏਗਾ, ਜਾਂ ਕਿਸੇ ਵੀਰਾਨ ਟਾਪੂ ਤੇ ਬੰਦ ਹੋ ਜਾਏਗਾ। ਇਹ ਕਿਸੇ ਥਾਂ ਤੇ ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਉਸ ਦੇ ਸਾਹਮਣੇ ਨਾ ਤਾਂ ਕੋਈ ਲਕਸ਼ ਹੈ, ਨਾ ਹੀ ਕੋਈ ਮਾਰਗਦਰਸ਼ਨ। ਬਿਲਕੁਲ ਇਹੀ ਗੱਲ ਮਨੁੱਖ ਤੇ ਵੀ ਲਾਗੂ ਹੁੰਦੀ ਹੈ। ਇੱਕ ਸੇਲਜ਼ਮੈਨ ਦਾ ਹੀ ਉਦਾਹਰਨ ਲੈਂਦੇ ਹਾਂ। ਅੱਜ ਇੱਕ ਕੁਸ਼ਲ ਸੇਲਜ਼ਮੈਨ ਦੇ ਵਪਾਰ ਦੇ ਵਿੱਚ ਸਭ ਤੋਂ ਵੱਧ ਕਾਮਯਾਬੀ ਦੀ ਉਮੀਦ ਹੋਰ ਕਿਸੇ ਸੇਲਜ਼ਮੈਨ 'ਚ ਨਹੀਂ। ਜੇਕਰ ਸਾਡੇ ਸਾਹਮਣੇ ਲਕਸ਼ ਸਪਸ਼ਟ ਹੋਵੇ ਅਤੇ ਅਸੀਂ ਆਪਣੇ ਕੰਮ ਵਿੱਚ ਹੁਸ਼ਿਆਰ ਹੋਈਏ, ਤਾਂ ਸੇਲਜ਼ਮੈਨ ਪ੍ਰੋਫੈਸ਼ਨਲ ਯਾਨੀ ਕਿ ਵਿਕਰੀ ਦਾ ਵਪਾਰ ਦੁਨੀਆ ਤੋਂ ਸਭ ਵੱਧ ਆਮਦਨੀ ਵਾਲਾ ਪੇਸ਼ਾ ਹੈ। ਅੱਜ ਹਰ ਕੰਪਨੀ ਨੂੰ ਹੁਸ਼ਿਆਰ ਤੋਂ ਹੁਸ਼ਿਆਰ ਸੇਲਜ਼ਮੈਨ ਦੀ ਜ਼ਰੂਰਤ ਹੈ ਅਤੇ ਇਸ ਬਾਰੇ ਵਧਾ ਚੜ੍ਹਾ ਕੇ ਪੈਸਾ ਦੇਣ ਲਈ ਤਿਆਰ ਵੀ ਹਨ। ਉਹਨਾਂ ਲਈ ਤਰੱਕੀ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਇਹੋ ਜਿਹੇ ਕੁਸ਼ਲ ਲੋਕ ਕਿੰਨੇ ਕੁ ਮਿਲ ਪਾਉਂਦੇ ਹਨ। ਕਿਸੇ ਨੇ ਇੱਕ ਵਾਰ ਕਹਾ ਕਿ ਮਾਨਵ ਜਾਤੀ ਦਾ ਪੂਰਾ ਧਿਆਨ ਮਜ਼ਬੂਤ ਲੋਕਾਂ ਨੂੰ ਫਾਇਦਾ ਚੁੱਕਣ ਤੋਂ ਰੋਕਣ ਲਈ ਨਹੀਂ, ਬਲਕਿ ਕਮਜ਼ੋਰ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਹੈ। ਅੱਜ ਇੱਕ ਅਰਥ ਵਿਵਸਥਾ ਦੀ ਤੁਲਨਾ ਇੱਕ ਕਾਫਲੇ ਨਾਲ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕਾਫਲਾ ਉਸੇ ਗਤੀ ਵਿੱਚ ਹੀ ਅੱਗੇ ਵੱਧਦਾ ਹੈ ਜਿਸ ਗਤੀ ਨਾਲ ਹੌਲੀ ਗਤੀ ਵਿੱਚ ਚੱਲਣ ਵਾਲੇ ਕਾਫਲੇ ਦੀ ਟੁਕੜੀ ਨਾਲ ਚੱਲਿਆ ਜਾ ਸਕੇ। ਠੀਕ ਉਸੇ ਤਰ੍ਹਾਂ ਹੀ ਆਪਣੀ ਪੂਰੀ ਅਰਥ ਵਿਵਸਥਾ ਸਭ ਤੋਂ ਕਮਜ਼ੋਰ ਕੜੀ ਦੀ ਸੁਰੱਖਿਆ ਵਿੱਚ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਅੱਜ ਰੋਜ਼ੀ ਰੋਟੀ ਕਮਾਉਣਾ ਤਾਂ ਬਹੁਤ ਆਸਾਨ ਹੋ ਗਿਆ। ਆਪਣੇ ਪਰਿਵਾਰ ਨੂੰ ਚਲਾਉਣ ਲਈ, ਰੋਜ਼ੀ ਰੋਟੀ ਲਈ ਬੁੱਧੀ ਤੇ ਪ੍ਰਤਿਭਾ ਦੀ ਜ਼ਰੂਰਤ ਨਹੀਂ ਪੈਂਦੀ। ਆਮ ਤੌਰ ਤੇ ਆਮ ਆਦਮੀ ਵੀ ਰੋਜ਼ੀ ਰੋਟੀ ਤੇ ਸੁਰੱਖਿਆ ਦੀ ਤਲਾਸ਼ ਕਰਦਾ ਰਹਿੰਦਾ ਹੈ। ਇਹ ਕਥਾ ਸਹਿਤ ਸੁਰੱਖਿਆ ਵੀ ਉਪਲਬਧ ਹੈ, ਲੇਕਿਨ ਇਹ ਫੈਸਲਾ ਸਾਨੂੰ ਕਰਨਾ ਹੋਏਗਾ ਕਿ ਸੀਮਾ ਰੇਖਾ ਤੋਂ ਕਿੰਨੀ ਉਚਾਈ ਦਾ ਲਕਸ਼ ਅਸੀਂ ਆਪਣੇ ਆਪ ਲਈ ਨਿਰਧਾਰਿਤ ਕਰਨਾ ਚਾਹੁੰਦੇ ਹਾਂ। ਚਲੋ ਅੱਜ ਅਸੀਂ ਦੁਨੀਆ ਦੇ ਸਭ ਤੋਂ ਰਹੱਸਮਈ ਮਤਲਬ ਕਿ ਜੋ ਕਹਾਣੀ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ, ਉਸ ਤੇ ਵਾਪਸ ਚਲਦੇ ਹਾਂ। ਜੀਵਨ 'ਚ ਸਪਸ਼ਟ ਲਕਸ਼ ਰੱਖਣ ਵਾਲੇ ਲੋਕ ਕਿਉਂ ਸਫਲ ਹੁੰਦੇ ਹਨ? ਲਕਸ਼ ਵਿਹੀਨ ਲੋਕ ਕਿਉਂ ਅਸਫਲ ਹੋ ਜਾਂਦੇ ਹਨ? ਚਲੋ ਅੱਜ ਮੈਂ ਵੀ ਤੁਹਾਨੂੰ ਅਜਿਹੀ ਗੱਲਾਂ ਦੱਸਦੀ ਹਾਂ ਕਿ ਜਿਸ ਨੂੰ ਅਗਰ ਤੁਸੀਂ ਸੱਚ ਮੰਨ ਲਵੋ ਤਾਂ ਉਹ ਤੁਹਾਡੇ ਜੀਵਨ ਵਿੱਚ ਬਹੁਤ ਹੀ ਜਲਦੀ ਬਦਲਾਵ ਲੈ ਆਏਗਾ। ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡਾ ਜੀਵਨ ਇਸ ਤਰ੍ਹਾਂ ਦਾ ਨਹੀਂ ਰਹੇਗਾ ਜੋ ਅੱਜ ਹੈ। ਤੁਹਾਨੂੰ ਅਚਾਨਕ ਹੀ ਉਹ ਸੌਗਾਤ ਮਿਲ ਜਾਏਗੀ ਜੋ ਕਈ ਅਰਸਾ ਤੋਂ ਤੁਹਾਨੂੰ ਲੁਭਾਉਂਦੀ ਹੈ। ਲੱਭ ਰਹੇ ਹੋ, ਤੁਸੀਂ ਜੋ ਵੀ ਚਾਹੁੰਦੇ ਹੋ ਉਹ ਤੁਹਾਡੇ ਸਾਹਮਣੇ ਸਹੀ ਤੇ ਸਾਕਾਰ ਹੋ ਜਾਏਗਾ। ਤੁਸੀਂ ਉਹਨਾਂ ਸਾਰੀਆਂ ਸਮੱਸਿਆਵਾਂ, ਚਿੰਤਾਵਾਂ ਤੇ ਪ੍ਰਤੀਸਥਿਤੀਆਂ ਤੋਂ ਮੁਕਤੀ ਮਿਲ ਜਾਏਗੀ ਜੋ ਅਰਸਾ ਤੋਂ ਤੁਹਾਨੂੰ ਘੇਰ ਕੇ ਰੱਖੀ ਹੋਈ ਹੈ। ਸ਼ੱਕ ਅਤੇ ਡਰ ਅਤੀਤ ਦੀਆਂ ਹੀ ਯਾਦਾਂ ਹੋਣਗੀਆਂ। ਸਫਲਤਾ ਅਤੇ ਅਸਫਲਤਾ ਦੀ ਕੁੰਜੀ ਕੀ ਹੈ, ਮੈਂ ਤੁਹਾਨੂੰ ਦੱਸਦੀ ਹਾਂ। ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਉਸੇ ਹੀ ਤਰ੍ਹਾਂ ਬਣਦੇ ਹਾਂ। ਮੈਨੂੰ ਦੁਬਾਰਾ ਬੋਲਣ ਦਾ ਮੌਕਾ ਦਿਓ ਕਿ ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਉਵੇਂ ਹੀ ਬਣਦੇ ਹਾਂ। ਪੂਰੇ ਇਤਿਹਾਸ ਵਿੱਚ ਜਿੰਨੇ ਵੀ ਬੁੱਧੀਮਾਨ ਲੋਕ ਹੋਏ ਨੇ, ਚਾਹੇ ਉਹ ਅਧਿਆਪਕ ਹੋਣ, ਦਾਰਸ਼ਨਿਕ ਜਾਂ ਪੈਗੰਬਰ, ਉਹਨਾਂ ਦੇ ਵਿਚਾਰਾਂ ਨੂੰ ਲੈ ਕੇ ਕੋਈ ਮਤਭੇਦ ਨਹੀਂ ਰਿਹਾ, ਲੇਕਿਨ ਇੱਕ ਮਾਤਰ ਉਹ ਇਸ ਮੁੱਦੇ ਉੱਤੇ ਸਹਿਮਤ ਰਹੇ ਹਨ। ਮਹਾਨ ਰੋਮ ਸਮਰਾਟ ਮਾਰਕਸ ਐਲੀਸਨ ਨੇ ਕਿਹਾ ਸੀ ਕਿ ਮਨੁੱਖ ਦਾ ਜੀਵਨ ਉਦਾਂ ਹੀ ਬਣਦਾ ਹੈ ਜਿਵੇਂ ਉਸਦੇ ਵਿਚਾਰ ਉਸਨੂੰ ਬਣਾਉਂਦੇ ਹਨ। ਐਸਿਰਾਲੀ ਇਹੀ ਗੱਲ ਨੂੰ ਕੁਝ ਇਸ ਤਰ੍ਹਾਂ ਕਹਿੰਦਾ ਹੈ ਕਿ ਚਾਹੇ ਮਨੁੱਖ ਤੇ ਇੰਤਜ਼ਾਰ ਕਰੇ
ਤਾਂ ਉਹ ਹਰ ਚੀਜ਼ ਉਸ ਨੂੰ ਹਾਸਿਲ ਹੋ ਜਾਂਦੀ ਹੈ। ਬਹੁਤ ਗਹਿਰਾਈ ਤੇ ਲੰਬੀ ਸੋਚ ਤੇ ਪਹੁੰਚਦੇ ਹੈ ਕਿ ਨਿਸ਼ਚਿਤ ਲਕਸ਼ ਵੱਲ ਇਨਸਾਨ ਹਰ ਹਾਲਤ ਵਿੱਚ ਇਸ ਨੂੰ ਪੂਰਾ ਕਰਦਾ ਹੈ। ਦ੍ਰਿੜ ਇਰਾਦਾ ਹੋਵੇ ਤਾਂ ਉਸ ਦੇ ਰਸਤੇ ਵਿੱਚ ਕੋਈ ਅੜਚਨ ਨਹੀਂ ਟਿਕ ਸਕਦੀ। ਰੋਲ ਐਂਡਫੋ ਦਾ ਕਹਿਣਾ ਹੈ ਕਿ ਉਹ ਆਦਮੀ ਉਦਾਂ ਦਾ ਹੀ ਬਣਦਾ ਹੈ ਜਿਵੇਂ ਉਹ ਦਿਨ ਭਰ ਸੋਚਦਾ ਹੈ। ਵਿਲੀਅਮ ਜੇਮਸ ਨੇ ਕਿਹਾ ਸੀ ਕਿ ਨਵੀਂ ਪੀੜ੍ਹੀ ਦੀ ਸਭ ਤੋਂ ਵੱਡੀ ਖੋਜ ਹੀ ਇਹੀ ਹੈ ਕਿ ਮਨੁੱਖ ਆਪਣੀ ਸੋਚ ਅਤੇ ਵਿਚਾਰਾਂ ਵਿੱਚ ਪਰਿਵਰਤਨ ਲਿਆ ਕੇ ਮਨੁੱਖ ਆਪਣੇ ਜੀਵਨ ਨੂੰ ਵੀ ਬਦਲ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜ਼ਰੂਰਤ ਸਿਰਫ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਵਾਸਤਵਿਕ ਚੀਜ਼ਾਂ ਨੂੰ ਹੀ ਹਕੀਕਤ ਵਿੱਚ ਹੋਇਆ ਮੰਨ ਲਈਏ। ਹੌਲੀ ਹੌਲੀ ਇਸ ਸੋਚ ਦਾ ਜੀਵਨ ਨਾਲ ਅਜਿਹਾ ਸੰਪਰਕ ਸਥਾਪਿਤ ਹੋ ਜਾਂਦਾ ਹੈ ਕਿ ਵਾਸਤਵਿਕ ਚੀਜ਼ਾਂ ਹਕੀਕਤ ਵਿੱਚ ਯਥਾਰਥ ਬਣ ਕੇ ਦਰਅਸਲ ਸਾਡੀ ਸੋਚ, ਸਾਡੀਆਂ ਆਦਤਾਂ, ਭਾਵਨਾਵਾਂ ਨਾਲ ਇਸ ਤਰ੍ਹਾਂ ਮਿਲ ਜਾਂਦੀਆਂ ਹਨ ਕਿ ਸਾਡਾ ਵਿਸ਼ਵਾਸ ਸਾਕਾਰ ਹੋ ਜਾਂਦਾ ਹੈ। ਵਿਲੀਅਮ ਜੇਮਸ ਨੇ ਇਹ ਵੀ ਕਿਹਾ ਹੈ ਕਿ ਕਿਸੇ ਪਰਿਣਾਮ ਦੇ ਵਿਸ਼ੇ ਬਾਰੇ ਸੋਚੋ ਤਾਂ ਨਿਸ਼ਚਿਤ ਤੌਰ ਤੇ ਉਹ ਤੁਹਾਨੂੰ ਹਾਸਿਲ ਕਰੋਗੇ। ਅਗਰ ਤੁਸੀਂ ਅਮੀਰ ਬਣਨ ਦੀ ਇੱਛਾ ਰੱਖਦੇ ਹੋ ਤਾਂ ਨਿਸ਼ਚਿਤ ਤੌਰ ਤੇ ਅਮੀਰ ਬਣ ਜਾਓਗੇ। ਜੇਕਰ ਤੁਸੀਂ ਵਿਦਵਾਨ ਬਣਨਾ ਚਾਹੁੰਦੇ ਹੋ ਤਾਂ ਵਿਦਵਾਨ ਹੀ ਬਣੋਗੇ। ਇਸੇ ਤਰ੍ਹਾਂ ਜੇਕਰ ਤੁਸੀਂ ਭਲਾ ਬਣਨਾ ਚਾਹੁੰਦੇ ਹੋ ਤਾਂ ਨਿਸ਼ਚਿਤ ਤੌਰ ਤੇ ਭਲੇ ਹੀ ਬਣ ਜਾਓਗੇ। ਤੁਹਾਨੂੰ ਸਿਰਫ ਇਹ ਕਰਨਾ ਹੈ ਕਿ ਵਸਤੂ ਵਿਸ਼ੇਸ਼ ਅਤੇ ਲਕਸ਼ ਲਈ ਹਕੀਕਤ ਦੀ ਇੱਛਾ ਸ਼ਕਤੀ ਵਿਕਸਿਤ ਕਰੋ। ਇਸ ਦੌਰਾਨ ਇੱਕ ਮਾਤਰ ਲਕਸ਼ ਹੀ ਕੋਈ ਸਾਹਮਣੇ ਹੋਵੇ। ਏਦਾਂ ਨਾ ਹੋਵੇ ਕਿ ਇੱਕ ਹੀ ਸਮੇਂ ਕਈ ਲਕਸ਼ਿਆਂ ਤੇ ਤੁਹਾਡਾ ਧਿਆਨ ਭਟਕੇ। ਤੁਹਾਨੂੰ ਬਾਈਬਲ ਦਾ ਉਹ ਕਥਨ ਯਾਦ ਹੋਣਾ ਹੈ ਕਿ ਜੋ ਵਿਸ਼ਵਾਸ ਕਰਦਾ ਹੈ ਉਸ ਲਈ ਸਭ ਕੁਝ ਸੰਭਵ ਹੈ। ਡਾਕਟਰ ਨਾਰਮਨ ਵਿਜ਼ਰਸਪੀਲ ਨੇ ਕਿਹਾ ਹੈ ਕਿ ਪੂਰੀ ਸ੍ਰਿਸ਼ਟੀ ਦੇ ਮਹਾਨ ਨਿਯਮਾਂ ਵਿੱਚ ਇਹ ਇੱਕ ਹੀ ਹੈ, ਜੇਕਰ ਤੁਹਾਡੀ ਸੋਚ ਨਕਾਰਾਤਮਕ ਹੋਵੇ ਤਾਂ ਨਕਾਰਾਤਮਕ ਨਤੀਜੇ ਹੀ ਸਾਹਮਣੇ ਆਉਣਗੇ। ਜੇਕਰ ਤੁਸੀਂ ਸਕਾਰਾਤਮਕ ਸੋਚੋ ਤਾਂ ਜੋ ਵੀ ਤੁਸੀਂ ਕਰੋਗੇ ਉਹੀ ਨਤੀਜਾ ਹੀ ਸਕਾਰਾਤਮਕ ਹੀ ਹੋਵੇਗਾ। ਇਹ ਇੱਕ ਸਧਾਰਨ ਜਿਹੀ ਹਕੀਕਤ ਹੈ ਜੋ ਸਮਰਿੱਧੀ ਅਤੇ ਸਫਲਤਾ ਦੇ ਹੈਰਾਨੀ ਵਾਲੇ ਨਿਯਮ ਦਾ ਆਧਾਰ ਹੈ। ਕੇਵਲ 4 ਸ਼ਬਦ ਵਿੱਚ ਕਿਹਾ ਜਾਏ, ਵਿਸ਼ਵਾਸ ਕਰੋ ਤਾਂ ਸਫਲਤਾ ਪਾਓ। ਵਿਲੀਅਮ ਸ਼ੇਕਸਪੀਅਰ ਨੇ ਇਸ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਸਾਡੇ ਸ਼ੱਕ ਇੰਨੇ ਵਿਸ਼ਵਾਸ ਵਾਲੇ ਹਨ ਕਿ ਉਹ ਸਾਨੂੰ ਕੋਸ਼ਿਸ਼ ਕਰਨ ਤੇ ਵੀ ਡਰਾ ਦਿੰਦੇ ਹਨ ਤੇ ਅਸੀਂ ਹਰੇਕ ਮੋਰਚੇ ਤੇ ਹਾਰ ਜਾਂਦੇ ਹਾਂ ਜਿੱਥੇ ਅਸੀਂ ਜਿੱਤ ਸਕਦੇ ਹਾਂ। ਜਾਰਜ ਬਰਨਾਈਜ਼ੋ ਦਾ ਕਹਿਣਾ ਹੈ ਕਿ ਲੋਕ ਆਪਣੀ ਹਾਲਤ ਲਈ ਆਪਣੇ ਹਾਲਾਤਾਂ ਨੂੰ ਦੋਸ਼ ਦਿੰਦੇ ਹਨ, ਲੇਕਿਨ ਮੈਂ ਹਾਲਾਤਾਂ ਵਿੱਚ ਵਿਸ਼ਵਾਸ ਨਹੀਂ ਕਰਦਾ। ਇਸ ਦੁਨੀਆ ਵਿੱਚ ਕਾਮਯਾਬੀ ਲੈਣ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਆਪਣੇ ਮਨ ਦੇ ਅਨੁਸਾਰ ਪ੍ਰਸਥਿਤੀਆਂ ਬਣਾਈਆਂ ਹਨ। ਇਹ ਹਕੀਕਤ ਕਿੰਨੀ ਸੁਖਦਾਇਕ ਹੈ ਨਾ? ਜਿਸ ਕਿਸੇ ਨੇ ਵੀ ਇਸ ਹਕੀਕਤ ਤੇ ਵਿਸ਼ਵਾਸ ਕੀਤਾ ਹੈ ਉਸਨੇ ਸਫਲਤਾ ਹੀ ਪ੍ਰਾਪਤ ਕੀਤੀ ਹੈ। ਅਸੀਂ ਉਹੀ ਬੰਦੇ ਹਾਂ ਜਿਸ ਬਾਰੇ ਅਸੀਂ ਸੋਚਦੇ ਹਾਂ। ਇਸ ਲਈ ਅਸੀਂ ਕਿਸੇ ਠੋਸ ਅਤੇ ਸਾਰਥਿਕ ਲਕਸ਼ ਬਾਰੇ ਸੋਚੀਏ ਤਾਂ ਅਸੀਂ ਜ਼ਰੂਰ ਇਸ ਨੂੰ ਹਾਸਲ ਵੀ ਕਰ ਲੈਂਦੇ ਹਾਂ। ਦੂਸਰੇ ਪਾਸੇ ਉਹ ਆਦਮੀ ਜਿਸ ਅੱਗੇ ਕੋਈ ਲਕਸ਼ ਨਹੀਂ ਹੈ, ਜਿਸ ਨੂੰ ਇਹ ਨਹੀਂ ਪਤਾ ਕਿ ਉਸਨੇ ਕਿੱਥੇ ਜਾਣਾ ਹੈ, ਜੋ ਇਸ ਕਰਕੇ ਹੀ ਸ਼ੱਕ, ਡਰ ਤੇ ਚਿੰਤਾ, ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਹੈ, ਉਹ ਉਦਾਂ ਦਾ ਹੀ ਹੋ ਜਾਏਗਾ ਜਿਵੇਂ ਉਹ ਸੋਚ ਰਿਹਾ ਹੈ। ਜੇਕਰ ਉਹ ਏਦਾਂ ਦਾ ਹੈ ਤੇ ਕਿਸੇ ਵੀ ਚੀਜ਼ ਬਾਰੇ ਨਹੀਂ ਸੋਚ ਰਿਹਾ ਤਾਂ ਉਹ ਆਦਮੀ ਕੁਝ ਵੀ ਨਹੀਂ ਬਣ ਸਕੇਗਾ। ਆਓ ਅਸੀਂ ਇਹ ਜਾਣੀਏ ਕਿ ਇਹ ਸਾਰਾ ਕਿਵੇਂ ਕੰਮ ਕਰੇਗਾ। ਕਿਉਂ ਅਸੀਂ ਉਦਾਂ ਦੇ ਹੀ ਬਣ ਜਾਂਦੇ ਹਾਂ ਜਿਵੇਂ ਕਿ ਅਸੀਂ ਸੋਚਦੇ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਸਭ ਕਿਵੇਂ ਅਤੇ ਕਿਉਂ ਹੁੰਦਾ ਹੈ। ਕਲਪਨਾ ਕਰੋ ਕਿ
ਕਿਸਾਨ ਕੋਲ ਥੋੜੀ ਜਿਹੀ ਜ਼ਮੀਨ ਹੈ। ਜ਼ਮੀਨ ਬਹੁਤ ਚੰਗੀ ਅਤੇ ਉਪਜਾਊ ਹੈ। ਜ਼ਮੀਨ ਵਿੱਚ ਬੋਇਆ ਜਾਏ ਬੀਜ, ਇਹ ਫੈਸਲਾ ਪੂਰੀ ਤਰ੍ਹਾਂ ਕਿਸਾਨ ਦਾ ਹੈ। ਉਹ ਜੋ ਚਾਹੇ ਉਹ ਬੋਏ। ਜ਼ਮੀਨ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਇਹ ਸੋਚੋ ਕਿ ਮਨੁੱਖ ਦਾ ਮਨ ਵੀ ਜ਼ਮੀਨ ਦੇ ਵਾਂਗ ਸਮਾਨ ਹੀ ਹੈ। ਸਮਝੋ ਕਿ ਮਨੁੱਖ ਦੇ ਮਨ ਦਾ ਜ਼ਮੀਨ ਨਾਲ ਉਦਾਹਰਣ ਦੇ ਰਹੀ। ਜ਼ਮੀਨ ਦੀ ਤਰ੍ਹਾਂ ਮਨ ਨੂੰ ਵੀ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਉਸ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਪਾਉਂਦੇ ਹੋ। ਬਸ ਜੋ ਵੀ ਉਸ ਵਿੱਚ ਬੋਇਆ ਜਾਏਗਾ ਉਹ ਉਹੀ ਹੀ ਫਸਲ ਤੁਹਾਨੂੰ ਵਾਪਸ ਲੌਟਾਏਗਾ। ਇਹੀ ਹਕੀਕਤ ਲਾਗੂ ਹੁੰਦੀ ਹੈ ਨਕਾਰਾਤਮਕ ਅਤੇ ਸਕਾਰਾਤਮਕ ਵਿਚਾਰਾਂ ਦੇ ਵਿੱਚ। ਲੇਕਿਨ ਜੇਕਰ ਸਕਾਰਾਤਮਕ ਵਿਚਾਰ ਬੋਵਾਂਗੇ ਤਾਂ ਕਾਮਯਾਬੀ ਹੀ ਫਸਲ ਕੱਟੋਗੇ। ਜੇਕਰ ਨਕਾਰਾਤਮਕ ਵਿਚਾਰ ਬੋਵੋਗੇ ਤਾਂ ਨਾਕਾਮੀ ਹੀ ਹੱਥ ਲੱਗਣੀ ਹੈ। ਕਲਪਨਾ ਕਰੋ, ਉਸ ਕਿਸਾਨ ਦੇ ਹੱਥ ਦੋ ਤਰ੍ਹਾਂ ਦੇ ਬੀਜ ਹਨ। ਇੱਕ ਕਿਸੇ ਅਨਾਜ ਦਾ ਹੈ ਤੇ ਇੱਕ ਕਿਸੇ ਜ਼ਹਿਰੀਲੇ ਪੌਦੇ ਦਾ। ਕਿਸਾਨ ਜ਼ਮੀਨ ਦੇ ਦੋ ਹਿੱਸਿਆਂ ਵਿੱਚ ਦੋਨਾਂ ਬੀਜਾਂ ਨੂੰ ਬੋ ਦਿੰਦਾ ਹੈ। ਉਹ ਉਹਨਾਂ ਹਿੱਸਿਆਂ ਨੂੰ ਪਾਣੀ ਦਿੰਦਾ ਹੈ ਤੇ ਦੇਖਭਾਲ ਕਰਦਾ ਹੈ। ਜ਼ਮੀਨ 'ਚ ਜੋ ਕੁਝ ਬੋਇਆ ਹੈ ਉਹ ਉਸ ਨੂੰ ਵਾਪਿਸ ਲੌਟਾ ਦਿੰਦੀ ਹੈ। ਦੋਨੋਂ ਹੀ ਪੌਦੇ ਉੱਗਦੇ ਹਨ, ਇੱਕ ਅੰਨ ਦਾ ਤੇ ਦੂਸਰਾ ਜ਼ਹਿਰ ਦਾ। ਬਾਈਬਲ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਜੋ ਬੋਵੋਗੇ ਉਹੀ ਹੀ ਕੱਟੋਗੇ। ਯਾਦ ਰੱਖੋ ਕਿ ਜ਼ਮੀਨ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਉਹ ਅੰਨ ਵਾਪਿਸ ਕਰ ਰਹੀ ਹੈ ਜਾਂ ਜ਼ਹਿਰ। ਮਾਨੋ ਕਿ ਦਿਮਾਗ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਭਰੋਸੇਮੰਦ ਹੈ। ਕਈ ਜਗ੍ਹਾ ਬਹੁਤ ਉਗਰਵਦ ਹੈ ਤੇ ਕਿਤੇ ਬਹੁਤ ਜ਼ਿਆਦਾ ਚਮਤਕਾਰੀ, ਲੇਕਿਨ ਇਹ ਜ਼ਮੀਨ ਦੇ ਸਿਧਾਂਤ ਨਾਲ ਹੀ ਕੰਮ ਕਰਦਾ ਹੈ। ਇਹ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਅਸੀਂ ਕੀ ਬੋ ਰਹੇ ਹਾਂ। ਬਸ ਜੋ ਕੁਝ ਬੋਇਆ ਜਾਏਗਾ ਉਹੀ ਹੀ ਵਾਪਸ ਕਰੇਗਾ, ਚਾਹੇ ਉਹ ਸਫਲਤਾ ਹੋਵੇ ਜਾਂ ਅਸਫਲਤਾ ਹੋਵੇ, ਇੱਕ ਨਿਸ਼ਚਿਤ ਸਪਸ਼ਟ ਲਕਸ਼ ਹੋਵੇ ਜਾਂ ਭਰਮ ਦੀ ਸਥਿਤੀ, ਗਲਤਫਹਿਮੀ ਹੋਵੇ, ਚਿੰਤਾ ਹੋਵੇ, ਡਰ ਹੋਵੇ ਜਾਂ ਕੁਝ ਵੀ। ਬਸ ਜੋ ਵੀ ਇਸ ਵਿੱਚ ਪਾਵੋਗੇ ਬਸ ਉਹੀ ਸਾਨੂੰ ਵਾਪਸ ਦੇਵੇਗਾ। ਤੁਹਾਨੂੰ ਪਤਾ ਹੈ ਕਿ ਮਨੁੱਖ ਦਾ ਦਿਮਾਗ ਅੱਜ ਧਰਤੀ ਤੇ ਇੱਕ ਮਾਤਰ ਆਖਰੀ ਮਹਾਦੇਸ਼ ਹੈ ਜਿਸ ਦਾ ਅੱਜ ਤੱਕ ਅਵਸ਼ੇਸ਼ਣ ਨਹੀਂ ਹੋਇਆ। ਇਸ ਵਿੱਚ ਸਾਡੀ ਕਲਪਨਾ ਤੋਂ ਵੀ ਪਰੇ ਸਾਡੀ ਸੁੱਖ ਸਮਰਿੱਧੀ ਭਰੀ ਪਈ ਹੈ। ਜੇਕਰ ਅਸੀਂ ਇਸ ਵਿੱਚ ਸਕਾਰਾਤਮਕ ਵਿਚਾਰ ਪਾਵਾਂਗੇ ਤਾਂ ਭਾਰੀ ਗਿਣਤੀ ਵਿੱਚ ਸੁੱਖ ਸਮਰਿੱਧੀ ਹੀ ਵਾਪਸ ਲੌਟਾਏਗਾ। ਤੁਸੀਂ ਕਹਿ ਸਕਦੇ ਹੋ ਕਿ ਸਹੀ ਹੈ, ਲੋਕ ਆਪਣੇ ਦਿਮਾਗ ਦਾ ਸਹੀ ਇਸਤੇਮਾਲ ਕਿਉਂ ਨਹੀਂ ਕਰਦੇ? ਲੋਕਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਸਾਡਾ ਦਿਮਾਗ ਉੱਨਤ ਯੰਤਰ ਦੇ ਰੂਪ ਵਿੱਚ ਸਾਨੂੰ ਜਨਮ ਤੋਂ ਹੀ ਮਿਲਿਆ, ਨੈਚੁਰਲ ਅਤੇ ਮੁਫਤ। ਜੋ ਚੀਜ਼ਾਂ ਸਾਨੂੰ ਮੁਫਤ ਮਿਲਦੀਆਂ ਹਨ ਉਹਨਾਂ ਨੂੰ ਅਸੀਂ ਬਹੁਤ ਘੱਟ ਮਹੱਤਵ ਦਿੰਦੇ ਹਾਂ। ਮਹੱਤਵ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਦਿੰਦੇ ਹਾਂ ਜੋ ਸਿਰਫ ਪੈਸਿਆਂ ਨਾਲ ਹੀ ਮਿਲਦੀ ਹੈ, ਜਦਕਿ ਹਕੀਕਤ ਵਿੱਚ ਇਸ ਦੇ ਉਲਟ ਗੱਲ ਹੀ ਸਹੀ ਹੁੰਦੀ ਹੈ। ਅੱਜ ਸਾਡੇ ਕੋਲ ਜੋ ਵੀ ਚੀਜ਼ਾਂ ਹਕੀਕਤ ਵਿੱਚ ਮਹੱਤਵਪੂਰਨ ਹਨ ਬਿਲਕੁਲ ਮੁਫਤ ਹਨ। ਸਾਡਾ ਦਿਮਾਗ, ਸਾਡੀ ਆਤਮਾ, ਸਾਡਾ ਸਰੀਰ, ਸਾਡੀਆਂ ਆਸ਼ਾਵਾਂ, ਸਾਡੀ ਬੁੱਧੀ, ਸਾਡਾ ਪਿਆਰ, ਸੁਪਨੇ, ਸਭ ਇੱਛਾਵਾਂ, ਪਰਿਵਾਰ, ਬੱਚੇ, ਦੋਸਤਾਂ ਦਾ ਪਿਆਰ, ਇੱਥੋਂ ਤੱਕ ਕਿ ਪ੍ਰਕਿਰਤੀ ਦਾ ਉਪਹਾਰ, ਹਵਾ, ਧੁੱਪ, ਪਾਣੀ ਵੀ, ਇਹ ਸਾਰੀਆਂ ਅਨਮੋਲ ਚੀਜ਼ਾਂ ਸਾਨੂੰ ਮੁਫਤ ਮਿਲੀਆਂ ਹੋਈਆਂ ਹਨ। ਜਿਨ੍ਹਾਂ ਚੀਜ਼ਾਂ ਲਈ ਪੈਸੇ ਖਰਚ ਕਰਦੇ ਹਾਂ ਉਹ ਇਹਨਾਂ ਦੇ ਮੁਕਾਬਲੇ ਬਹੁਤ ਹਲਕੀਆਂ ਹਨ। ਸਥਿਤੀਹੀਨ ਤੇ ਕਿਸੇ ਵੀ ਚੀਜ਼ ਵਿੱਚ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ, ਲੇਕਿਨ ਪ੍ਰਕਿਰਤੀ ਵੱਲੋਂ ਮਿਲੀਆਂ ਮੁਫਤ ਚੀਜ਼ਾਂ ਕਦੀ ਬਦਲੀਆਂ ਨਹੀਂ ਜਾ ਸਕਦੀਆਂ। ਅਤੇ ਦੂਸਰੀ ਗੱਲ ਇਹ ਹੈ ਕਿ ਮਨੁੱਖ ਦੇ ਮਨ ਦੀਆਂ ਸ਼ਕਤੀਆਂ ਦਾ ਭਰਪੂਰ ਉਪਯੋਗ ਨਹੀਂ ਹੋਇਆ ਹੈ। ਮਨ ਇੰਨਾ ਸ਼ਕਤੀਸ਼ਾਲੀ ਹੈ ਕਿ ਇਸ ਨੂੰ ਜੋ ਵੀ ਕੰਮ ਸੌਂਪਿਆ ਜਾਏ
ਉਹ ਕਰ ਸਕਦਾ ਹੈ, ਲੇਕਿਨ ਆਮ ਤੌਰ ਤੇ ਮਹੱਤਵਪੂਰਨ ਕੰਮ ਦੇ ਬਦਲੇ ਛੋਟੇ-ਮੋਟੇ ਕੰਮ ਲਈ ਹੀ ਇਸ ਦਾ ਇਸਤੇਮਾਲ ਕਰਦੇ ਹਨ। ਕਈ ਵਿਸ਼ਵ ਵਿਦਿਆਲਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਡੇ ਤੋਂ ਜ਼ਿਆਦਾਤਰ ਲੋਕ ਆਪਣੀ क्षमता ਦਾ ਲਗਭਗ 10% ਹੀ ਇਸਤੇਮਾਲ ਕਰਦੇ ਹਨ। ਸਾਡੀ ਬਾਕੀ क्षमता ਉਵੇਂ ਹੀ ਰਹਿ ਜਾਂਦੀ ਹੈ। ਹੁਣ ਤੁਸੀਂ ਫੈਸਲਾ ਕਰੋ ਕਿ ਕਰਨਾ ਕੀ ਹੈ। ਆਪਣਾ ਲਕਸ਼ ਆਪਣੇ ਦਿਮਾਗ ਰੂਪੀ ਜ਼ਮੀਨ ਵਿੱਚ ਬੋ ਦਿਓ। ਇਹ ਤੁਹਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਹੈ। ਤੁਸੀਂ ਇੱਕ ਬੇਹੱਦ ਹੀ ਕਾਮਯਾਬ ਸੇਲਸਮੈਨ ਬਣਨਾ ਚਾਹੁੰਦੇ ਹੋ, ਕੰਪਨੀ ਦੇ ਵਧੀਆ ਕੁਸ਼ਲ ਕਰਮਚਾਰੀ ਦੇ ਰੂਪ ਵਿੱਚ ਥਾਂ-ਥਾਂ ਤੇ ਜਾਣਾ ਚਾਹੁੰਦੇ ਹੋ। ਤੁਹਾਨੂੰ ਸਿਰਫ ਇਹੀ ਕਰਨਾ ਹੈ ਕਿ ਇਸ ਲਕਸ਼ ਰੂਪੀ ਬੀਜ ਦਾ ਰੋਪਣ ਆਪਣੇ ਦਿਲ ਦਿਮਾਗ ਵਿੱਚ ਕਰ ਲਵੋ। ਯਤਨ ਕਰਕੇ ਇਕਾਗਰਚਿਤ ਹੋ ਕੇ ਦੇਖਭਾਲ ਕਰੋ। ਲਕਸ਼ ਦੀ ਦਿਸ਼ਾ ਵਿੱਚ ਅੱਗੇ ਵਧੋ, ਕਿਰਿਆਸ਼ੀਲ ਰਹੋ। ਇੱਕ ਦਿਨ ਤੁਹਾਡਾ ਸੁਪਨਾ ਹਕੀਕਤ ਵਿੱਚ ਬਦਲ ਜਾਏਗਾ। ਕੋਈ ਸਵਾਲ ਹੀ ਨਹੀਂ ਕਿ ਐਦਾਂ ਨਾ ਹੋਵੇ। ਤੁਸੀਂ ਸਮਝ ਲਵੋ ਕਿ ਪ੍ਰਕਿਰਤੀ ਦੇ ਹੋਰ ਨਿਯਮਾਂ ਦੀ ਤਰ੍ਹਾਂ ਇਹ ਵੀ ਇੱਕ ਨਿਯਮ ਹੈ। ਜਿਸ ਤਰ੍ਹਾਂ ਆਇਮਿਕ ਨਿਊਟਨ ਦਾ ਗੁਰੂਤਵ ਆਕਰਸ਼ਣ ਦਾ ਨਿਯਮ ਹੈ। ਜੇਕਰ ਕਿਸੇ ਦੀਵਾਰ ਦੀ ਇਮਾਰਤ ਤੋਂ ਛਾਲ ਮਾਰ ਦਿਓਗੇ ਤਾਂ ਤੁਸੀਂ ਥੱਲੇ ਹੀ ਆਵੋਗੇ, ਉੱਪਰ ਨਹੀਂ ਜਾ ਸਕਦੇ। ਪ੍ਰਕਿਰਤੀ ਦੇ ਸਾਰੇ ਨਿਯਮ ਹਮੇਸ਼ਾ ਸਹੀ ਹੁੰਦੇ ਹਨ, ਹਮੇਸ਼ਾ ਕੰਮ ਕਰਦੇ ਹਨ। ਤੁਸੀਂ ਵੀ ਸਕਾਰਾਤਮਕ ਦਿਸ਼ਾ ਵਿੱਚ ਆਪਣੇ ਲਕਸ਼ ਬਾਰੇ ਸੋਚੋ। ਹਮੇਸ਼ਾ ਜਾਗਦੀਆਂ ਅੱਖਾਂ ਨਾਲ ਆਪਣਾ ਸੁਪਨਾ ਦੇਖੋ। ਤੁਸੀਂ ਆਪਣਾ ਲਕਸ਼ ਹਾਸਿਲ ਕਰ ਲਿਆ ਹੈ। ਉਹਨਾਂ ਕੰਮ ਦੇ ਬਾਰੇ ਸੋਚੋ ਤੇ ਖੁਦ ਨੂੰ ਵੀ ਉਹਨਾਂ ਕੰਮਾਂ ਵਿੱਚ ਕਰਦੇ ਹੋਏ ਦੇਖੋ ਜੋ ਲਕਸ਼ ਤੇ ਪਹੁੰਚਣ ਤੋਂ ਬਾਅਦ ਤੁਸੀਂ ਕਰਨੇ ਹਨ। ਅੱਜ ਸਾਡੇ ਦੌਰ ਨੂੰ ਉਸ ਸਦੀਆਂ ਦਾ ਯੁੱਗ ਜਾਂ ਅਲਸਰ ਜਾਂ ਨਰਵਸ ਬ੍ਰੇਕਡਾਊਨ ਦਾ ਯੁੱਗ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਅੱਜ ਦੇ ਚਿਕਿਤਸਕ ਵਿਗਿਆਨਾਂ ਨੇ ਸਵਸਥ ਤੇ ਲੰਬੀ ਉਮਰ ਪਾਉਣ ਦੀ ਦਿਸ਼ਾ ਵਿੱਚ ਇੱਕ ਕਾਮਯਾਬੀ ਹਾਸਲ ਕਰ ਲਈ ਹੈ। ਫਿਰ ਵੀ ਇਸ ਦੇ ਬਾਵਜੂਦ ਲੋਕ ਸਮੱਸਿਆਵਾਂ ਵਿੱਚ ਤਣਾਅਗ੍ਰਸਤ ਹੋ ਰਹੇ ਹਨ ਤੇ ਖੁਦ ਨੂੰ ਸਮਾਜਿਕ ਮੌਤ ਵੱਲ ਧਕੇਲ ਰਹੇ ਹਨ। ਏਦਾਂ ਇਸ ਲਈ ਹੋ ਰਿਹਾ ਹੈ ਕਿ ਉਹਨਾਂ ਨੇ ਮਹਾਨ ਪ੍ਰਕਿਰਤੀ ਦੇ ਨਿਯਮਾਂ ਨੂੰ ਅਪਣਾਇਆ ਹੀ ਨਹੀਂ ਸਿੱਖਿਆ, ਜੋ ਸਾਡੇ ਲਈ ਬੇਹੱਦ ਕਾਰਗਰ ਤੇ ਲਾਭਕਾਰੀ ਹਨ। ਕਿਰਪਾ ਕਰਕੇ ਇਸ ਗੱਲ ਨੂੰ ਧਿਆਨ ਨਾਲ ਸੁਣੋ। ਸਾਡੇ ਸੋਚਣ ਵਿਚਾਰਨ ਦੇ ਤਰੀਕੇ ਵਿੱਚ ਇੱਕ ਚਮਤਕਾਰ ਲੁਕਿਆ ਹੋਇਆ ਹੈ। ਦਰਅਸਲ ਹਰੇਕ ਵਿਅਕਤੀ ਆਪਣੀ ਸੋਚ ਦਾ ਹੀ ਯੋਗਫਲ ਹੁੰਦਾ ਹੈ, ਚਾਹੇ ਕੋਈ ਸਵੀਕਾਰ ਕਰੇ ਜਾਂ ਨਾ ਕਰੇ। ਲੇਕਿਨ ਅੱਜ ਉਹ ਜਿਸ ਵੀ ਸਥਿਤੀ ਵਿੱਚ ਹੈ ਉਹ ਆਪਣੀ ਸੋਚ ਦਾ ਹੀ ਨਤੀਜਾ ਹੈ। ਸਾਡੇ ਵਿੱਚੋਂ ਹਰੇਕ ਨੂੰ ਭਵਿੱਖ ਵਿੱਚ ਵੀ ਸਾਡੀ ਅੱਜ ਦੀ ਹੀ ਸੋਚ ਦਾ ਹੀ ਪ੍ਰਤੀਫਲ ਮਿਲਣ ਵਾਲਾ ਹੈ, ਕਿਉਂਕਿ ਅੱਜ ਕੱਲ੍ਹ ਅਗਲੇ ਮਹੀਨੇ ਜਾਂ ਅਗਲੇ ਸਾਲ ਸਾਡੀ ਸੋਚ ਦੀ ਜੋ ਸਾਡੀ ਦਿਸ਼ਾ ਰਹੇਗੀ ਉਸੇ ਤੇ ਹੀ ਸਾਡਾ ਭਵਿੱਖ ਤੇ ਸਾਡਾ ਜੀਵਨ ਨਿਰਧਾਰਿਤ ਹੋਏਗਾ। ਸਾਡਾ ਮਨ ਦਿਮਾਗ ਹੀ ਸਾਡੇ ਪੂਰੇ ਵਿਅਕਤੀਤਵ ਤੇ ਜੀਵਨ ਨੂੰ ਨਿਰਦੇਸ਼ ਕਰਦਾ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਕਿਤੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਸੜਕ ਦੇ ਕਿਨਾਰੇ ਬਹੁਤ ਹੀ ਭਾਰੀ ਮਸ਼ੀਨ ਨੂੰ ਆਵਾਜ਼ ਨਾਲ ਕੰਮ ਕਰਦੇ ਦੇਖਿਆ। ਮਸ਼ੀਨ ਵਿੱਚ ਇੱਕ ਵਾਰ ਵਿੱਚ ਹੀ 20 ਟਨ ਤੋਂ ਵੀ ਜ਼ਿਆਦਾ ਮਿੱਟੀ ਚੁੱਕ ਰਹੀ ਸੀ ਤੇ ਇੱਕ ਛੋਟਾ ਜਿਹਾ ਆਦਮੀ ਪਹੀਆ ਹੱਥ ਵਿੱਚ ਫੜ ਕੇ ਉਸ ਮਸ਼ੀਨ ਨੂੰ ਨਿਰਦੇਸ਼ ਦੇ ਰਿਹਾ ਸੀ। ਇੱਕਦਮ ਅਜਿਹਾ ਲੱਗਾ ਕਿ ਮਸ਼ੀਨ ਦੀ ਤੁਲਨਾ ਮਨੁੱਖ ਦੇ ਦਿਮਾਗ ਨਾਲ ਕੀਤੀ ਜਾ ਸਕਦੀ ਹੈ ਅਤੇ ਵਿਸ਼ਾਲ ਊਰਜਾ ਦੇ ਸਰੋਤ ਇਸ ਦਿਸ਼ਾ ਰੂਪੀ ਦਾ ਕੰਟਰੋਲ ਸਾਡੇ ਆਪਣੇ ਹੱਥਾਂ ਵਿੱਚ ਹੈ। ਕੀ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੋਗੇ ਅਤੇ ਇਸ ਸ਼ਕਤੀਸ਼ਾਲੀ ਮਸ਼ੀਨ ਨੂੰ ਕਿਸੇ ਹੋਰ ਦੇ ਭਰੋਸੇ ਛੱਡ ਕੇ ਕਿਸੇ ਖੱਡ ਵਿੱਚ ਡਿੱਗਣ ਦੇਵੋਗੇ, ਜਾਂ ਤੁਸੀਂ ਦੋਨੋਂ ਹੱਥ ਮਜ਼ਬੂਤੀ ਦੇ ਨਾਲ ਫੜ ਕੇ
ਇਸ ਪਹੀਆ ਤੇ ਜਮਾ ਕੇ ਰੱਖੋਗੇ ਤੇ ਇਸ ਦੀ ਤਾਕਤ ਕਿਸੇ ਖਾਸ ਉਦੇਸ਼ ਲਈ ਹੀ ਲਗਾਓਗੇ। ਇਹ ਦੋਨੋਂ ਵਿਕਲਪ ਸਾਡੇ ਤੇ ਹੀ ਹਨ, ਕਿਉਂਕਿ ਤੁਸੀਂ ਡਰਾਈਵਿੰਗ ਸੀਟ ਤੇ ਬੈਠੇ ਹੋ ਤੇ ਮਸ਼ੀਨ ਤੁਹਾਡੇ ਕੰਟਰੋਲ ਵਿੱਚ ਹੈ। ਹੁਣ ਦੇਖਿਆ ਕਿ ਸਫਲਤਾ ਦੇਣ ਵਾਲਾ ਨਿਯਮ ਹੀ ਇੱਕ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੈ। ਸਾਨੂੰ ਆਪਣੀ ਸੋਚ ਵਿਚਾਰ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ। ਵਿਚਾਰਾਂ ਦਾ ਨਿਯਮ ਜਿੱਥੇ ਇੱਕ ਪਾਸੇ ਸਾਨੂੰ ਸਫਲਤਾ, ਸੁੱਖ, ਸਮਰਿੱਧੀ ਵੱਲ ਲੈ ਕੇ ਜਾਂਦਾ ਹੈ ਤੇ ਉਸ ਨੂੰ ਜੀਵਨ ਵਿੱਚ ਖੁਸ਼ੀਆਂ ਦਿੰਦਾ ਹੈ, ਜਿਸ ਦਾ ਉਸਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਕਦੀ ਸੁਪਨਾ ਦੇਖਿਆ ਸੀ, ਉਵੇਂ ਹੀ ਦੂਸਰੇ ਪਾਸੇ ਇਹ ਸਾਨੂੰ ਗਟਰ ਵਿੱਚ ਵੀ ਸੁੱਟ ਸਕਦਾ ਹੈ। ਸਭ ਕੁਝ ਇਸ ਗੱਲ ਤੇ ਹੀ ਨਿਰਭਰ ਕਰਦਾ ਹੈ ਕਿ ਮਨੁੱਖ ਇਸ ਨਿਯਮ ਦਾ ਕਿਵੇਂ ਪਾਲਣ ਕਰਦਾ ਹੈ। ਇਹੀ ਹੈ ਦੁਨੀਆ ਦਾ ਸਭ ਤੋਂ ਹੈਰਾਨੀਜਨਕ ਰਹੱਸ। ਹੁਣ ਸਵਾਲ ਇਹ ਹੈ ਕਿ ਮੈਂ ਇਸ ਨੂੰ ਹੈਰਾਨੀ ਭਰਿਆ ਕਿਉਂ ਕਹਾਂ ਅਤੇ ਰਹੱਸ ਵੀ ਕਿਉਂ ਕਹਾਂ। ਅਸਲ ਵਿੱਚ ਇਹ ਕੋਈ ਰਹੱਸ ਬਿਲਕੁਲ ਵੀ ਨਹੀਂ ਹੈ। ਪਹਿਲਾਂ ਕਿਸੇ ਬੁੱਧੀਮਾਨ ਵਿਅਕਤੀ ਨੇ ਇਸ ਨਿਯਮ ਦੀ ਸੱਚਾਈ ਸਾਬਤ ਕੀਤੀ ਸੀ। ਬਾਅਦ ਵਿੱਚ ਪੂਰੀ ਬਾਈਬਲ ਵਿੱਚ ਇਸ ਦਾ ਬਾਰ-ਬਾਰ ਜ਼ਿਕਰ ਕੀਤਾ, ਲੇਕਿਨ ਬਹੁਤ ਥੋੜੇ ਲੋਕਾਂ ਨੇ ਇਸ ਨੂੰ ਸਮਝਿਆ ਹੈ ਤੇ ਸਿੱਖਿਆ ਹੈ। ਇਹੀ ਕਾਰਨ ਹੈ ਕਿ ਇਹ ਲੋਕਾਂ ਲਈ ਹੈਰਾਨੀ ਭਰਿਆ ਹੈ। ਇਸੇ ਕਰਕੇ ਹੀ ਇਹ ਰਹੱਸ ਵੀ ਬਣਿਆ ਰਿਹਾ ਹੋਇਆ ਹੈ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚ ਵਾਪਸ ਜਾਓ ਤੇ ਇੱਕ-ਇੱਕ ਕਰਕੇ ਸਾਰੇ ਵਿਅਕਤੀਆਂ ਕੋਲੋਂ ਪੁੱਛੋ ਕਿ ਸਫਲਤਾ ਦਾ ਰਹੱਸ ਕੀ ਹੈ, ਤਾਂ ਤੁਹਾਨੂੰ ਮਹੀਨੇ ਭਰ ਦੀ ਕੋਸ਼ਿਸ਼ ਨਾਲ ਤੁਹਾਨੂੰ ਇੱਕ ਵੀ ਵਿਅਕਤੀ ਨਹੀਂ ਮਿਲੇਗਾ ਜੋ ਦੱਸ ਸਕੇ ਅੱਜ ਅਸੀਂ ਜੋ ਵੀ ਜਾਣਿਆ ਹੈ ਅਸਲ ਵਿੱਚ ਉਹ ਬਹੁਤ ਹੀ ਮੁੱਲਵਾਨ ਹੈ, ਲੇਕਿਨ ਅਸੀਂ ਇਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਇਹ ਨਾ ਸਿਰਫ ਸਾਡੇ ਲਈ ਬਲਕਿ ਸਾਡੇ ਨਾਲ ਜੁੜੇ ਆਸੇ-ਪਾਸੇ ਦੇ ਹਰ ਵਿਅਕਤੀ ਲਈ ਮਹੱਤਵਪੂਰਨ ਹੈ। ਜੀਵਨ ਨੂੰ ਨੀਰਸ ਅਤੇ ਉਪਾਊ ਨਹੀਂ ਬਲਕਿ ਇੱਕ ਉਤੇਜਨਾ ਪੂਰਨ ਅਭਿਆਨ ਹੋਣਾ ਚਾਹੀਦਾ ਹੈ। ਆਦਮੀ ਨੂੰ ਆਪਣੀ ਜ਼ਿੰਦਗੀ ਪੂਰੀ ਜ਼ਿੰਦਾ ਦਿਲੀ ਨਾਲ ਭਰਪੂਰ ਜੀਣੀ ਚਾਹੀਦੀ ਹੈ। ਉਸ ਨੂੰ ਸਵੇਰੇ ਨੀਂਦ ਟੁੱਟਣ ਤੇ ਖੁਸ਼ ਹੋਣਾ ਚਾਹੀਦਾ ਹੈ। ਉਸ ਨੂੰ ਆਪਣੀ ਮਨਪਸੰਦ ਵਪਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਉਸ ਨੂੰ ਬਿਹਤਰ ਢੰਗ ਨਾਲ ਕਰ ਸਕਦਾ ਹੈ। ਇੱਕ ਵਾਰ ਇੱਕ ਦੈਨਿਕ ਦਾ ਸੰਵਾਦ ਸੁਣਿਆ ਸੀ ਜੋ ਉਸ ਦੇ ਅੰਤ ਵਿੱਚ ਕਿਹਾ ਸੀ ਕਿ ਉਸ ਨੂੰ ਮੈਂ ਕਦੇ ਵੀ ਨਹੀਂ ਭੁਲਾ ਸਕਿਆ। ਉਹਨਾਂ ਨੇ ਕੁਝ ਇਸ ਤਰ੍ਹਾਂ ਕਿਹਾ ਸੀ ਕਿ ਆਪਣੇ ਕੰਮ ਵਿੱਚ ਮੈਂ ਕਈ ਗੱਲਾਂ ਤੋਂ ਜਾਣਿਆ, ਇੱਕ ਇਹ ਤਾਂ ਲੋਕ ਮੂਲ ਰੂਪ ਵਿੱਚ ਚੰਗੇ ਹੁੰਦੇ ਹਨ, ਇਹ ਵੀ ਕਿ ਅਸੀਂ ਕਿੱਥੋਂ ਆਏ ਹਾਂ ਤੇ ਸਾਨੂੰ ਕਿੱਥੇ ਜਾਣਾ ਹੈ। ਇਸ ਲਈ ਇਸ ਧਰਤੀ ਦੇ ਵਿੱਚ ਵਾਲਾ ਸਮੂਹ ਇੱਕ ਰੋਮਾਂਚਕ ਦੀ ਤਰ੍ਹਾਂ ਬਿਤਾਉਣਾ ਚਾਹੀਦਾ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਨੇ ਕਿਤੇ ਪਹੁੰਚਣ ਵਾਸਤੇ ਕੋਈ ਪੌੜੀ ਨਹੀਂ ਬਣਾਈ ਹੋਈ, ਲੇਕਿਨ ਉਸ ਮਹਾਨ ਚਿਕਿਤਸਕ ਨੇ ਰਚਨਾ ਕਰਨ ਵਾਲੇ ਨੇ ਸਮੇਂ ਸਿਰ ਇਸ ਰਹੱਸ ਦਾ ਉਦਘਾਟਨ ਕੀਤਾ ਹੈ। ਤੁਸੀਂ ਜਿਹੋ ਜਿਹਾ ਵਿਚਾਰ ਕਰੋਗੇ ਤੁਹਾਡੇ ਸਾਹਮਣੇ ਉਦਾਂ ਹੀ ਆਵੇਗਾ। ਮੈਂ ਤੁਹਾਨੂੰ ਇੱਕ ਪ੍ਰੀਖਿਆ ਦਾ ਇੱਕ ਮੌਕਾ ਦੇਣਾ ਚਾਹੁੰਦਾ ਹਾਂ। ਇਹ ਪ੍ਰੀਖਿਆ 30 ਦਿਨਾਂ ਤੱਕ ਚੱਲੇਗੀ। ਜੇਕਰ ਤੁਸੀਂ ਇਹ ਪ੍ਰੀਖਿਆ ਸਹੀ ਤਰੀਕੇ ਨਾਲ ਕੀਤੀ ਤਾਂ ਇਹ ਤੁਹਾਡਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਦੇਵੇਗੀ। 70% ਵਿੱਚ ਵਾਪਸ ਆਏਗੀ। ਜਦੋਂ ਇੱਕ ਮਹਾਨ ਵਿਗਿਆਨਕ ਸਰ ਆਇਨਸ ਜੋਨਸ ਨੇ ਸਾਨੂੰ ਭੌਤਿਕ ਦੇ ਕੁਝ ਨਿਯਮ ਦੱਸੇ ਸੀ ਜੋ ਮਨੁੱਖ ਤੇ ਵੀ ਉਨੇ ਹੀ ਸੱਚਾਈ ਨਾਲ ਲਾਗੂ ਹੁੰਦੇ ਹਨ ਜਿੰਨੇ ਕਿ ਸ੍ਰਿਸ਼ਟੀ ਦੀਆਂ ਬਾਕੀ ਚੀਜ਼ਾਂ ਤੇ। ਇਹਨਾਂ ਵਿੱਚੋਂ ਇੱਕ ਨਿਯਮ ਇਹ ਹੈ ਕਿ ਕਿਰਿਆ ਸਮਾਨ ਅਤੇ ਉਲਟੀ ਪ੍ਰਕਿਰਿਆ ਹੁੰਦੀ ਹੈ। ਜੇਕਰ ਅਸੀਂ ਇਸ ਦੇ
ਆਪਣੇ ਆਪ ਤੇ ਹੀ ਲਾਗੂ ਕਰੀਏ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਮੁੱਲ ਚੁਕਾਏ ਬਿਨਾਂ ਕੁਝ ਵੀ ਹਾਸਲ ਨਹੀਂ ਕਰ ਸਕਦੇ। 30 ਦਿਨਾਂ ਦੇ ਸਾਡੇ ਇਸ ਪ੍ਰਯੋਗ ਦਾ ਨਤੀਜਾ ਬਿਲਕੁਲ ਉਸੇ ਹੀ ਅਨੁਪਾਤ ਵਿੱਚ ਹੋਏਗਾ ਜਿਸ ਅਨੁਪਾਤ ਵਿੱਚ ਤੁਸੀਂ ਕੋਸ਼ਿਸ਼ ਕੀਤੀ ਹੋਏਗੀ। ਇੱਕ ਡਾਕਟਰ ਬਣਨ ਲਈ ਕਈ ਸਾਲਾਂ ਤੱਕ ਬਹੁਤ ਸਖਤ ਮਿਹਨਤ ਕਰਨ ਦਾ ਮੁੱਲ ਚੁਕਾਉਣਾ ਹੁੰਦਾ ਹੈ। ਉਸੇ ਹੀ ਤਰ੍ਹਾਂ ਹੋਰਾਂ ਨੂੰ ਸਮਝਾਉਣ ਤੇ ਸਹਿਮਤ ਕਰਾਉਣਾ ਤੇ ਵਿਕਰੀ ਕਰਾਉਣ ਦੀ ਸਫਲਤਾ ਇਸ ਗੱਲ ਤੇ ਹੀ ਨਿਰਧਾਰਿਤ ਕਰੇਗੀ ਕਿ ਚੀਜ਼ਾਂ ਨੂੰ ਵੇਚ ਸਕਣ ਦੀ ਜਾਂ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜਾਂ ਸਵੀਕਾਰ ਕਰਨ ਨਾਲ ਸਾਡਾ ਕਿੰਨਾ ਪ੍ਰਯੋਜਨ ਹੈ। ਲੇਕਿਨ ਹੋਰਾਂ ਨੂੰ ਬਿਹਤਰ ਜੀਵਨ ਪਾਉਣ ਦਾ ਤਰੀਕਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਪ੍ਰਯਤਨਾਂ ਦਾ ਕਿੰਨਾ ਮੁੱਲ ਚੁਕਾ ਦਿੰਦੇ ਹਾਂ। ਇਹ ਸਾਨੂੰ ਮੁੱਲ ਚੁਕਾਉਣ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਮੁੱਲ ਹੈ ਕੀ? ਇਸ ਵਿੱਚ ਕਈ ਗੱਲਾਂ ਹਨ। ਪਹਿਲੀ, ਇਹ ਸਾਨੂੰ ਭੌਤਿਕ ਤੇ ਭਾਵਾਤਮਕ ਰੂਪ ਨਾਲ ਸਾਨੂੰ ਇੱਕ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜਿਸ ਤਰ੍ਹਾਂ ਦੇ ਸੋਚਦੇ ਹਾਂ ਬਿਲਕੁਲ ਉਸੇ ਹੀ ਤਰ੍ਹਾਂ ਬਣਦੇ ਹਾਂ। ਇਸ ਲਈ ਆਪਣੇ ਜੀਵਨ ਨੂੰ ਨਿਯੰਤਰਣ ਕਰਨ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਵੀ ਨਿਯੰਤਰਣ ਕਰਨਾ ਹੋਵੇਗਾ। ਮਤਲਬ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੋਵੇਗਾ ਕਿ ਜਿਸ ਤਰ੍ਹਾਂ ਅਸੀਂ ਬੋਵਾਂਗੇ ਉਸੇ ਤਰ੍ਹਾਂ ਦਾ ਹੀ ਕੱਟਾਂਗੇ। ਦੂਸਰੀ ਗੱਲ, ਸਾਨੂੰ ਆਪਣੇ ਮਨਾਂ ਵਿੱਚੋਂ ਸਾਡੀਆਂ ਅੜਚਣਾਂ ਤੇ ਬੇੜੀਆਂ ਨੂੰ ਕੱਟ ਕੇ ਸੁੱਟ ਦੇਣਾ ਹੋਵੇਗਾ। ਇਹ ਸੋਚ ਕੇ ਕੰਮ ਮੈਨੂੰ ਇੰਨਾ ਅੱਗੇ ਵਧਾ ਲੈਣਾ ਹੋਵੇਗਾ ਕਿ ਇਹੀ ਕੰਮ ਸਾਡੇ ਲਈ ਦੈਵਿਕ ਰੂਪ ਨਾਲ ਨਿਰਧਾਰਿਤ ਹੈ। ਮਤਲਬ ਕਿ ਸਾਨੂੰ ਇਹ ਸਮਝਣਾ ਹੋਏਗਾ ਕਿ ਸਾਰੀਆਂ ਸੀਮਾਵਾਂ ਰੇਖਾਵਾਂ ਖੁਦ ਹੀ ਦੀਆਂ ਬਣਾਈਆਂ ਹੋਈਆਂ ਹਨ ਤੇ ਸਾਡੇ ਸਾਹਮਣੇ ਕਲਪਨਾ ਤੋਂ ਵੀ ਵੱਧ ਕੇ ਅਵਸਰ ਮੌਜੂਦ ਹਨ। ਅਰਥਾਤ ਸਭ ਸਕ੍ਰਿਅਤਾਵਾਂ ਅਤੇ ਪੂਰਨ ਗ੍ਰਹਿ ਤੋਂ ਉੱਪਰ ਉੱਠਣਾ ਹੋਵੇਗਾ। ਤੀਸਰੀ ਗੱਲ, ਆਪਣੀ ਸਮੱਸਿਆ ਨੂੰ ਸਕਾਰਾਤਮਕ ਰੂਪ ਨਾਲ ਸੋਚਣ ਲਈ ਖੁਦ ਨੂੰ ਪ੍ਰੇਰਿਤ ਕਰਨ ਲਈ ਪੂਰੇ ਸਾਹਸ, ਪੂਰੀ क्षमता ਦਾ ਇਸਤੇਮਾਲ ਕਰਨਾ ਹੋਵੇਗਾ ਤੇ ਨਾਲ ਹੀ ਆਪਣੇ ਆਪ ਨੂੰ ਇੱਕ ਨਿਸ਼ਚਿਤ ਅਤੇ ਸਪਸ਼ਟ ਲਕਸ਼ ਨਿਰਧਾਰਿਤ ਕਰਨ ਲਈ ਵੀ ਆਪਣੇ ਦਿਮਾਗ ਨੂੰ ਲਕਸ਼ ਦੇ ਬਾਰੇ ਸੰਭਵ ਗੁਣਾਂ ਨਾਲ ਵਿਚਾਰ ਕਰਨ ਦਾ ਅਵਸਰ ਦੇਣਾ ਹੋਵੇਗਾ। ਆਪਣੀ ਕਲਪਨਾ ਨੂੰ ਪੂਰੀ ਛੁੱਟ ਦੇਣੀ ਹੋਵੇਗੀ ਕਿ ਉਹ ਹਰ ਸੰਭਾਵਿਕ ਸਮਾਧਾਨ ਦੀ ਪਰਖ ਕਰ ਸਕੇ। ਇਹ ਵਿਸ਼ਵਾਸ ਕਰਨ ਤੋਂ ਇਨਕਾਰ ਕਰਨਾ ਹੋਵੇਗਾ ਕਿ ਲਕਸ਼ ਪ੍ਰਾਪਤੀ ਦੇ ਰਸਤੇ ਵਿੱਚ ਕਦੀ ਵੀ ਕੋਈ ਪ੍ਰਸਥਿਤੀ ਤੁਹਾਨੂੰ ਹਰਾ ਨਹੀਂ ਸਕਦੀ। ਜਦ ਤੁਹਾਨੂੰ ਲਕਸ਼ ਦੇ ਵੱਲ ਜਾਣ ਵਾਲਾ ਮਾਰਗ ਸਪਸ਼ਟ ਦਿਖਾਈ ਦੇਵੇ ਤਾਂ ਬਿਲਕੁਲ ਤਤਪਰਤਾ ਨਾਲ ਫੈਸਲਾ ਲੈਂਦੇ ਹੋਏ ਫੈਸਲਾ ਕਰਨਾ ਹੋਵੇਗਾ ਤੇ ਆਪਣੇ ਆਪ ਨੂੰ ਲਗਾਤਾਰ ਇਸ ਤੱਤ ਨਾਲ ਅਵਗਤ ਕਰਾਉਂਦੇ ਹੋਏ ਰਹਿਣਾ ਹੋਵੇਗਾ ਕਿ ਤੁਸੀਂ ਆਪਣੀਆਂ ਉਪਲਬਧੀਆਂ ਦੇ ਵਿਚਕਾਰ ਖੜੇ ਹੋ। ਚੌਥੀ ਗੱਲ ਇਹ ਹੈ ਕਿ ਤੁਸੀਂ ਜੋ ਵੀ ਕਮਾਓ ਉਸ ਦਾ 10% ਜ਼ਰੂਰ ਬਚਾਓ। ਇਹ ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਕੰਮ ਚਾਹੇ ਜਿਸ ਤਰ੍ਹਾਂ ਦਾ ਵੀ ਬੜਾ ਵੀ ਹੋਵੇ, ਜੇਕਰ ਤੁਸੀਂ ਮੁੱਲ ਚੁਕਾ ਲਈ ਤਿਆਰ ਹੋ ਤਾਂ ਉਸ ਵਿੱਚ ਅਨੰਤ ਸੰਭਾਵਨਾਵਾਂ ਭਰੀਆਂ ਪਈਆਂ ਹਨ। ਆਓ ਅਸੀਂ ਉਹਨਾਂ ਮਹੱਤਵਪੂਰਨ ਪਹਿਲੂਆਂ ਨੂੰ ਦੁਹਰਾ ਦਈਏ ਜੋ ਇੱਕ ਖੂਬਸੂਰਤ ਜੀਵਨ ਦੇ ਬਿਤਾਉਣ ਦੇ ਮੁੱਲ ਨੂੰ ਲਈ ਚੁਕਾਉਣਾ ਹੈ। ਨੰਬਰ 1, ਅਸੀਂ ਉਦਾਂ ਦਾ ਹੀ ਬਣਾਂਗੇ ਜਿਵੇਂ ਅਸੀਂ ਸੋਚਦੇ ਹਾਂ। ਨੰਬਰ 2, ਕਲਪਨਾ ਸ਼ਬਦ ਦਾ ਮਹੱਤਵ ਸਮਝੋ ਅਤੇ ਆਪਣੇ ਦਿਮਾਗ ਦੀ ਉੱਚੀ ਉਡਾਨ ਜ਼ਰੂਰ ਭਰ ਦਿਓ। ਤੀਸਰੀ ਗੱਲ, ਸਾਹਸ ਗੱਲ, ਹਰ ਦਿਨ ਆਪਣੇ ਲਕਸ਼ ਤੇ ਇਕਾਗਰਚਿਤ ਹੋਵੋ। ਚੌਥੀ ਗੱਲ, ਜੋ ਵੀ ਕਮਾਓ ਉਸ ਦਾ 10% ਜ਼ਰੂਰ ਬਚਾਓ। ਇਹ ਵੀ ਗੱਲ ਯਾਦ ਰੱਖੋ ਕਿ ਕੋਈ ਵੀ ਵਿਚਾਰ ਤੱਕ
ਤੱਕ ਵਿਅਰਥ ਹੈ ਜਿੰਨਾ ਚਿਰ ਉਸ ਨੂੰ ਕੰਮ ਨਾਲ ਸੰਬੰਧਿਤ ਨਹੀਂ ਕਰਦੀ। ਹੁਣ ਮੈਂ 30 ਦਿਨਾਂ ਦੇ ਪ੍ਰੀਖਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਆਪਣੇ ਦਿਮਾਗ ਵਿੱਚ ਇਹ ਗੱਲ ਸਪਸ਼ਟ ਕਰ ਲਓ ਕਿ ਇਸ ਪ੍ਰੀਖਿਆ ਵਿੱਚ ਕੁਝ ਵੀ ਗਵਾਉਣਾ ਨਹੀਂ ਜਾ ਰਿਹਾ, ਬਲਕਿ ਮੁਮਕਿਨ ਹੈ ਕਿ ਤੁਸੀਂ ਸਭ ਕੁਝ ਪਾ ਸਕਦੇ ਹੋ। ਦੋ ਗੱਲਾਂ ਸਾਡੇ ਤੇ ਲਾਗੂ ਹੁੰਦੀਆਂ ਹਨ। ਅਸੀਂ ਸਭ ਕੁਝ ਨਾ ਕੁਝ ਚਾਹੁੰਦੇ ਹਾਂ। ਅਸੀਂ ਸਭ ਕਿਸੇ ਨਾ ਕਿਸੇ ਚੀਜ਼ ਲਈ ਡਰੇ ਹੋਏ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਕਾਰਡ ਉੱਤੇ ਲਿਖੋ ਕਿ ਉਹ ਕੀ ਚੀਜ਼ ਹੈ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਚਾਹੁੰਦੇ ਹੋ। ਹੋ ਸਕਦਾ ਹੈ ਕਿ ਉਹ ਰੁਪਈਆ ਪੈਸਾ ਹੋਵੇ, ਤੁਸੀਂ ਆਪਣੀ ਆਮਦਨੀ ਦੁੱਗਣੀ ਕਰਨਾ ਚਾਹੁੰਦੇ ਹੋ, ਜਾਂ ਕਿਸੇ ਖਾਸ ਵਪਾਰ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ। ਹੋ ਸਕਦਾ ਹੈ ਕਿ ਤੁਸੀਂ ਬਹੁਤ ਸੋਹਣਾ ਇੱਕ ਘਰ ਚਾਹੁੰਦੇ ਹੋ, ਜਾਂ ਆਪਣੇ ਕੰਮ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ, ਜਾਂ ਜੀਵਨ ਵਿੱਚ ਕਿਸੇ ਥਾਂ ਤੇ ਕੰਮ ਦੀ ਤਮੰਨਾ ਹੋਵੇ। ਤੁਹਾਨੂੰ ਜਾਂ ਪਰਿਵਾਰ ਵਿੱਚ ਜ਼ਿਆਦਾ ਤਾਲਮੇਲ ਦੀ ਅਭਿਲਾਸ਼ਾ ਹੋਵੇ। ਅਸੀਂ ਸਭ ਕੁਝ ਨਾ ਕੁਝ ਤਮੰਨਾ ਜ਼ਰੂਰ ਰੱਖਦੇ ਹਾਂ। ਇਹ ਤੁਸੀਂ ਆਪਣੇ ਕਾਰਡ ਉੱਤੇ ਸਪਸ਼ਟ ਲਿਖੋ ਕਿ ਇਹ ਤੁਹਾਡੀ ਕਾਮਨਾ ਕੀ ਹੈ। ਸੁਨਿਸ਼ਚਿਤ ਕਰ ਲਵੋ ਕਿ ਇਹ ਤੁਹਾਡਾ ਇੱਕ ਮਾਤਰ ਤੇ ਪ੍ਰਤੱਖ ਲਕਸ਼ ਹੈ। ਤੁਸੀਂ ਆਪਣਾ ਇਹ ਕਾਰਡ ਕਿਸੇ ਹੋਰ ਨੂੰ ਨਹੀਂ ਦਿਖਾਉਣਾ, ਬਲਕਿ ਇਸ ਕਾਰਡ ਨੂੰ ਆਪਣੇ ਕੋਲ ਰੱਖੋ ਤਾਂ ਕਿ ਦਿਨ ਵਿੱਚ ਬਹੁਤ ਵਾਰ ਇਸ ਨੂੰ ਦੇਖ ਸਕੋ। ਇਸ ਉੱਤੇ ਲਿਖੇ ਹੋਏ ਲਕਸ਼ ਦੇ ਬਾਰੇ ਵਿੱਚ ਹਰ ਦਿਨ ਸਵੇਰੇ ਉੱਠਦੇ ਹੀ ਨੀਂਦ ਤੇ ਜਾਗਣ ਤੇ ਪ੍ਰਫੁੱਲਤ ਅਤੇ ਸ਼ਾਂਤ ਚਿੱਤ ਨਾਲ ਸੋਚੋ। ਦਿਨ ਵਿੱਚ ਜਿੰਨੀ ਵਾਰ ਵੀ ਮੌਕਾ ਮਿਲੇ ਇਸ ਕਾਰਡ ਨੂੰ ਦੇਖੋ। ਰਾਤ ਨੂੰ ਨੀਂਦ ਲੈਣ ਤੋਂ ਪਹਿਲਾਂ ਵੀ ਦੇਖੋ। ਕਾਰਡ ਨੂੰ ਦੇਖੋਗੇ ਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਉਦਾਂ ਦੇ ਹੀ ਬਣਦੇ ਹੋ ਜਿਵੇਂ ਕਿ ਤੁਸੀਂ ਸੋਚਦੇ ਹੋ, ਕਿਉਂਕਿ ਤੁਸੀਂ ਆਪਣੇ ਲਕਸ਼ ਦੇ ਬਾਰੇ ਸੋਚ ਰਹੇ ਹੋ। ਇਸ ਲਈ ਇਹ ਸਮਝੋ ਕਿ ਬਹੁਤ ਜਲਦੀ ਹੀ ਤੁਸੀਂ ਇਸ ਲਕਸ਼ ਨੂੰ ਹਾਸਿਲ ਕਰ ਰਹੇ ਹੋ। ਦਰਅਸਲ ਜਦੋਂ ਤੁਸੀਂ ਆਪਣੀ ਇੱਛਾ ਇਸ ਕਾਰਡ ਤੇ ਲਿਖੀ, ਉਸ ਬਾਰੇ ਸੋਚਣਾ ਸ਼ੁਰੂ ਕੀਤਾ, ਉਸੇ ਹੀ ਪਲ ਉਹ ਲਕਸ਼ ਤੁਹਾਡਾ ਆਪਣਾ ਹੋ ਗਿਆ। ਜਦੋਂ ਤੁਸੀਂ ਕੰਮ ਲਈ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਆਸੇ-ਪਾਸੇ ਫੈਲੀ ਅਪਚੂਰਤਾ ਵੱਲ ਦੇਖੋ। ਇਸ ਤਰ੍ਹਾਂ ਦੀ ਅਪਚੂਰਤਾ ਤੇ ਤੁਹਾਡਾ ਵੀ ਓਨਾ ਹੀ ਅਧਿਕਾਰ ਹੈ ਜਿੰਨਾ ਕਿ ਦੂਸਰਿਆਂ ਦਾ। ਜੇਕਰ ਤੁਸੀਂ ਚਾਹੋ ਤਾਂ ਪ੍ਰਯਤਨ ਕਰੋ ਤਾਂ ਇਹ ਅਪਚੂਰਤਾ ਤੁਹਾਡੀ ਹੋ ਸਕਦੀ ਹੈ। ਹੁਣ ਅਸੀਂ ਥੋੜੇ ਜਿਹੇ ਔਖੇ ਹਿੱਸੇ ਵੱਲ ਆਉਂਦੇ ਹਾਂ। ਮੁਸ਼ਕਿਲ ਇਹ ਹੈ ਕਿ ਇਸ ਦੇ ਅਨੁਸਾਰ ਤੁਹਾਨੂੰ ਨਵੀਆਂ ਆਦਤਾਂ ਵਿਕਸਿਤ ਕਰਨੀਆਂ ਹੋਣਗੀਆਂ, ਤੇ ਨਵੀਆਂ ਆਦਤਾਂ ਸੌਖੀਆਂ ਵਿਕਸਿਤ ਨਹੀਂ ਹੁੰਦੀਆਂ, ਲੇਕਿਨ ਇੱਕ ਵਾਰ ਪੈ ਜਾਣ ਤਾਂ ਸਾਰੀ ਉਮਰ ਬਣੀਆਂ ਰਹਿੰਦੀਆਂ ਹਨ। ਜਿਸ ਚੀਜ਼ ਤੋਂ ਵੀ ਡਰ ਲੱਗਦਾ ਹੋਵੇ ਉਸ ਬਾਰੇ ਸੋਚਣਾ ਹੀ ਬੰਦ ਕਰ ਦਿਓ। ਹਰ ਵਾਰ ਭਿਆਨਕ ਜਾਂ ਨਕਾਰਾਤਮਕ ਵਿਚਾਰ ਤੁਹਾਡੇ ਮਨ ਵਿੱਚ ਆਏ, ਉਹਦੀ ਜਗ੍ਹਾ ਤੇ ਆਪਣੇ ਲਕਸ਼ ਅਤੇ ਸਕਾਰਾਤਮਕ ਮਹੱਤਵਪੂਰਨ ਲਕਸ਼ ਦਾ ਵਿਚਾਰ, ਉਸ ਦੀ ਸੰਜੀਵ ਕਲਪਨਾ ਆਪਣੇ ਮਨ ਵਿੱਚ ਲੈ ਕੇ ਆਓ। ਇਸ ਦੌਰਾਨ ਇੱਕ ਅਜਿਹਾ ਸਮੇਂ ਵੀ ਆਏਗਾ ਜਦੋਂ ਇਹ ਲੱਗੇਗਾ ਕਿ ਇਸ ਪ੍ਰਕਿਰਿਆ ਨੂੰ ਛੱਡ ਦਿੱਤਾ ਜਾਏ, ਕਿਉਂਕਿ ਸਕਾਰਾਤਮਕ ਸੋਚਣ ਦੀ ਬਜਾਏ ਨਕਾਰਾਤਮਕ ਸੋਚਣ ਵਾਲੇ ਇਨਸਾਨ ਜ਼ਿਆਦਾ ਆਸਾਨ ਹੁੰਦਾ ਹੈ। ਇਹੀ ਵਜ੍ਹਾ ਹੈ ਕਿ 5% ਲੋਕ ਹੀ ਕਾਮਯਾਬ ਹੋ ਪਾਉਂਦੇ ਹਨ। ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਸੀਂ ਇਸੇ ਸੋਚ ਵਾਲੇ ਪ੍ਰਤੀਸ਼ਤ ਦੇ ਵਰਗ ਵਿੱਚ ਆਪਣੀ ਜਗ੍ਹਾ ਬਣਾਓ। ਇਹਨਾਂ 30 ਦਿਨਾਂ ਦੇ ਵਿੱਚ ਤੁਹਾਡੇ ਦਿਮਾਗ ਦੇ ਕੰਟਰੋਲ ਤੇ ਨਿਯੰਤਰਣ ਪੂਰੀ ਤਰ੍ਹਾਂ ਤੁਹਾਡੇ ਹੱਥਾਂ ਵਿੱਚ ਹੋਣਾ ਚਾਹੀਦਾ। ਇਸ ਦੌਰਾਨ ਦਿਮਾਗ ਦੀ ਉਹੀ ਸੋਚਣਾ ਹੋਵੇਗਾ ਜਿਸ ਦੀ ਅਨੁਭੂਤੀ ਤੁਸੀਂ ਆਪ ਦਿਓਗੇ। 30 ਦਿਨਾਂ ਦੀ ਇਸ ਪ੍ਰਤੀਸ਼ਤ ਅਵਧੀ ਦੇ ਦੌਰਾਨ ਹਰ ਦਿਨ ਤੁਸੀਂ ਸਭ ਤੋਂ ਜ਼ਿਆਦਾ ਕੰਮ ਕਰੋ ਕਿ ਜਿੰਨਾ ਤੁਹਾਨੂੰ ਕਰਨਾ ਹੈ। ਇਸ ਦੇ ਇਲਾਵਾ ਇੱਕ ਉਤਸ਼ਾਹਿਤ ਸਕਾਰਾਤਮਕ ਰੁਖ ਬਣਾਏ ਰੱਖਣ ਲਈ
ਆਪਣਾ ਪਹਿਲੇ ਨਾਲੋਂ ਵੀ ਜ਼ਿਆਦਾ ਕੋਸ਼ਿਸ਼ ਕਰੋ। ਇਹ ਸਾਰਾ ਕੁਝ ਇਹ ਧਿਆਨ ਰੱਖਦੇ ਹੋਏ ਕਰੋ ਕਿ ਜੀਵਨ ਵਿੱਚ ਉਸੇ ਅਨੁਪਾਤ ਵਿੱਚ ਹੀ ਤੁਹਾਨੂੰ ਕੁਝ ਮਿਲੇਗਾ ਜਿਸ ਅਨੁਪਾਤ ਵਿੱਚ ਤੁਸੀਂ ਕੋਸ਼ਿਸ਼ ਲਗਾਓਗੇ। ਜਿਸ ਪਲ ਤੁਸੀਂ ਕਿਸੇ ਖਾਸ ਲਕਸ਼ ਵਿੱਚ ਕੰਮ ਕਰਨ ਦਾ ਇਰਾਦਾ ਕਰਦੇ ਹੋ, ਉਸੇ ਪਲ ਤੁਸੀਂ ਇੱਕ ਸਫਲ ਇਨਸਾਨ ਬਣ ਜਾਂਦੇ ਹੋ, ਕਿਉਂਕਿ ਉਸੇ ਪਲ ਤੁਸੀਂ ਉਹਨਾਂ ਸਫਲ ਲੋਕਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹੋ ਜਿਨ੍ਹਾਂ ਨੂੰ ਪਤਾ ਹੈ ਕਿ ਲਕਸ਼ ਨਿਰਧਾਰਿਤ ਕਰਨ ਦੇ ਨਾਲ ਤੁਸੀਂ ਹਰੇਕ 100 ਦੇ ਵਿੱਚੋਂ ਸਿਰਫ 5% ਲੋਕਾਂ ਦੀ ਸ਼੍ਰੇਣੀ ਵਿੱਚ ਆ ਗਏ, ਜਿਨ੍ਹਾਂ ਨੂੰ ਪਤਾ ਹੈ ਕਿ ਉਹ ਕਿੱਧਰ ਜਾ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਲਕਸ਼ ਨਿਰਧਾਰਿਤ ਕਰਨ ਦੇ ਨਾਲ ਹਰੇਕ ਵਿੱਚੋਂ ਸਿਰਫ 5% ਲੋਕ ਹੀ ਵਿਚਾਰ ਰਹੇ ਹਨ। ਲਕਸ਼ ਕਿਸ ਤਰ੍ਹਾਂ ਹਾਸਿਲ ਕੀਤਾ ਜਾਏ, ਇਸ ਚਿੰਤਾ ਵਿੱਚ ਆਪਣੇ ਆਪ ਨੂੰ ਜ਼ਿਆਦਾ ਨਾ ਉਲਝਾਓ। ਇਸ ਨੂੰ ਪੂਰੀ ਤਰ੍ਹਾਂ ਉਸ ਸ਼ਕਤੀ ਤੇ ਛੱਡ ਦਿਓ ਜੋ ਤੁਹਾਡੇ ਤੋਂ ਜ਼ਿਆਦਾ ਸਮਰਥ ਹੈ। ਤੁਸੀਂ ਸਿਰਫ ਇਹ ਪਤਾ ਕਰਨਾ ਹੈ ਕਿ ਤੁਸੀਂ ਕਿੱਧਰ ਜਾ ਰਹੇ ਹੋ, ਕਿਸ ਦਿਸ਼ਾ ਵੱਲ ਜਾ ਰਹੇ ਹੋ। ਬਾਕੀ ਦੇ ਸਾਰੇ ਪ੍ਰਸ਼ਨ ਜਿਵੇਂ ਜਿਵੇਂ ਸਾਹਮਣੇ ਆਉਣਗੇ, ਉਹਨਾਂ ਦਾ ਜਵਾਬ ਵੀ ਖੁਦ ਬ ਖੁਦ ਮਿਲਦਾ ਜਾਏਗਾ। ਤੁਸੀਂ ਧਰਮ ਉਪਦੇਸ਼ ਦੇ ਇਹ ਸ਼ਬਦ ਯਾਦ ਰੱਖੋ ਕਿ ਉਹਨਾਂ ਨੂੰ ਪ੍ਰੀਖਣ ਦੇ ਦੌਰਾਨ ਹਰ ਰੋਜ਼ ਆਪਣੇ ਸਾਹਮਣੇ ਰੱਖੋ। ਪ੍ਰਸ਼ਨ ਪੁੱਛੋ ਤੇ ਉਸ ਦਾ ਜਵਾਬ ਤੁਹਾਨੂੰ ਮਿਲੇਗਾ। ਖੋਜੋ ਤੇ ਉਸ ਨੂੰ ਤੁਸੀਂ ਪਾ ਲਵੋਗੇ। ਦਸਤਕ ਦਿਓ ਤੇ ਤੁਹਾਡੇ ਲਈ ਦੁਆਰ ਖੁੱਲੇਗਾ, ਕਿਉਂਕਿ ਹਰ ਉਹ ਵਿਅਕਤੀ ਜੋ ਜਿਗਿਆਸਾ ਰੱਖਦਾ ਹੈ ਉੱਤਰ ਪਾਉਂਦਾ ਹੈ। ਜੋ ਲੱਭਦਾ ਹੈ ਉਸ ਨੂੰ ਉਹ ਪ੍ਰਾਪਤ ਹੁੰਦਾ ਹੈ। ਜੋ ਦਸਤਕ ਦਿੰਦਾ ਹੈ ਉਸ ਲਈ ਦਰਵਾਜ਼ਾ ਖੁੱਲਦਾ ਹੈ। ਇਹ ਸ਼ਬਦ ਜਿੰਨੇ ਸਹਿਜ ਹਨ ਉਨੇ ਹੀ ਚਮਤਕਾਰੀ ਵੀ। ਦਰਅਸਲ ਇਹ ਸਿਧਾਂਤ ਇੰਨਾ ਸੌਖਾ ਹੈ ਕਿ ਇਸ ਨੂੰ ਸ਼ਾਇਦ ਸਮਝਾਉਣਾ ਮੁਸ਼ਕਿਲ ਹੋਵੇਗਾ। ਬਸ ਅੱਜ ਲਈ ਸਮਝਣਾ ਇਹ ਮੁਸ਼ਕਿਲ ਹੈ ਕਿ 30 ਦਿਨਾਂ ਦੇ ਦੌਰਾਨ ਤੁਹਾਡਾ ਸਪਸ਼ਟ ਲਕਸ਼ ਹੋਵੇ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ। ਚਾਹੇ ਤੁਸੀਂ ਕਿਸੇ ਵੀ ਪੇਸ਼ੇ ਨਾਲ ਜੁੜੇ ਹੋ, 30 ਦਿਨਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰੋ। ਜਿੰਨਾ ਹੋ ਜਿਹਾ ਹੋ ਸਕੇ ਤੁਸੀਂ ਪਹਿਲਾਂ ਕਦੇ ਨਾ ਕੀਤਾ ਹੋਵੇ। ਹਰ ਦਿਨ ਆਪਣਾ ਲਕਸ਼ ਆਪਣੇ ਸਾਹਮਣੇ ਰੱਖੋ। ਜੀਵਨ ਦਾ ਜੋ ਨਵਾਂ ਪਹਿਲੂ ਤੁਹਾਡੇ ਸਾਹਮਣੇ ਹੋਵੇਗਾ ਉਸ ਤੇ ਤੁਹਾਨੂੰ ਖੁਦ ਹੈਰਾਨੀ ਹੋਵੇਗੀ। ਪ੍ਰਸਿੱਧ ਸੰਪਾਦਿਕਾ ਅਤੇ ਲੇਖਿਕਾ ਟਾਥੀਆ ਬ੍ਰੈਂਡ ਨੇ ਆਪਣੇ ਲਈ ਇਸ ਰਹੱਸ ਨੂੰ ਲੱਭ ਲਿਆ। ਆਪਣੀ ਕਿਤਾਬ ਵੇਕ ਅਪ ਐਂਡ ਲਾਈਵ ਵਿੱਚ ਉਹਨਾਂ ਨੇ ਇਸ ਬਾਰੇ ਲਿਖਿਆ ਹੈ ਕਿ ਉਹਨਾਂ ਦਾ ਪੂਰਾ ਚਿੰਤਨ, ਮਨਨ ਅਤੇ ਦਰਸ਼ਨ ਜਿਹੇ ਸ਼ਬਦਾਂ ਵਿੱਚ ਸਮਾ ਗਿਆ ਹੈ। ਏਦਾਂ ਕੰਮ ਕਰੋ ਕਿ ਮਾਨੋ ਕਿ ਅਸਫਲ ਹੋਣਾ ਅਸੰਭਵ ਹੈ। ਡਾਲਪ੍ਰੀਤ ਨੇ ਆਪਣੀ ਪ੍ਰੀਖਿਆ ਆਪਦੀ ਇਮਾਨਦਾਰੀ ਤੇ ਵਿਸ਼ਵਾਸ ਨਾਲ ਪੂਰੀ ਕੀਤੀ ਤੇ ਹੈਰਾਨੀ ਵਾਲੀ ਸਫਲਤਾ ਨੇ ਉਹਨਾਂ ਦੇ ਪੂਰੇ ਜੀਵਨ ਵਿੱਚ ਬਦਲਾਵ ਲੈ ਆਂਦਾ। ਹੁਣ ਤੁਸੀਂ 30 ਦਿਨਾਂ ਤੱਕ ਆਪਣਾ ਪ੍ਰੀਖਣ ਕਰੋ, ਲੇਕਿਨ ਤਦ ਤੱਕ ਪ੍ਰੀਖਣ ਨਾ ਕਰੋ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਇਸ ਗੱਲ ਨਾਲ ਜੁੜਨ ਲਈ ਪਹਿਲਾਂ ਪੂਰੀ ਤਰ੍ਹਾਂ ਤਿਆਰ ਨਾ ਕਰ ਲਵੋ। ਤੁਸੀਂ ਪਾਵੋਗੇ ਕਿ ਦ੍ਰਿੜ ਲਗਨਸ਼ੀਲ ਹੋ ਬਣਨ ਨਾਲ ਤੁਹਾਡੇ ਵਿੱਚ ਆਤਮ ਵਿਸ਼ਵਾਸ ਝਲਕ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਦ੍ਰਿੜ ਲਗਨ ਵਿਸ਼ਵਾਸ ਦਾ ਹੀ ਦੂਸਰਾ ਨਾਮ ਹੈ। ਜੇਕਰ ਤੈਨੂੰ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਕਦੇ ਵੀ ਲਗਨ ਨਾਲ ਕੰਮ ਨਹੀਂ ਕਰ ਸਕਦੇ। ਜੇਕਰ 30 ਦਿਨਾਂ ਦੇ ਪ੍ਰੀਖਣ ਵਿੱਚ ਅਸਫਲ ਹੋ ਜਾਵੋ, ਜੇ ਨਕਾਰਾਤਮਕ ਵਿਚਾਰਾਂ ਤੋਂ ਹਾਰ ਜਾਓ ਤਾਂ ਫਿਰ ਤੋਂ ਸ਼ੁਰੂਆਤ ਕਰੋ। ਹੌਲੀ ਹੌਲੀ ਇੱਕ ਨਵੀਂ ਆਦਤ ਬਣ ਜਾਏਗੀ ਤੇ ਆਪਣੇ ਆਪ ਨੂੰ ਗਿਣੇ ਚੁਣੇ ਲੋਕਾਂ ਵਿੱਚ ਪਾਓਗੇ ਜਿਨ੍ਹਾਂ ਸਾਹਮਣੇ ਕੁਝ ਵੀ ਅਸੰਭਵ ਨਹੀਂ ਹੈ। ਤੁਸੀਂ ਆਪਣੇ ਕਾਰਡ ਨੂੰ ਨਾ ਭੁੱਲੋ। ਜਦੋਂ ਤੁਸੀਂ ਜੀਣ ਦਾ ਨਵਾਂ ਢੰਗ ਸ਼ੁਰੂ ਕਰਦੇ ਹੋ ਤਦ ਇਹ ਕਾਰਡ
ਤੁਹਾਡੇ ਲਈ ਬਹੁਤ ਜ਼ਰੂਰੀ ਬਣ ਜਾਂਦਾ ਹੈ। ਇਸ ਦੇ ਇੱਕ ਪਾਸੇ ਤੁਹਾਡਾ ਲਕਸ਼ ਦੇਖੋ ਤੇ ਦੂਜੇ ਪਾਸੇ ਤੁਹਾਡਾ ਇਰਾਦਾ ਲਿਖੋ। ਦੂਜੇ ਪਾਸੇ ਧਰਮ ਦੀਆਂ ਇੱਕ ਪੰਕਤੀਆਂ ਇਹ ਹਨ, ਪੁੱਛੋ ਤੇ ਉਹ ਤੁਹਾਨੂੰ ਮਿਲੇਗਾ, ਲੱਭੋ ਤੁਸੀਂ ਇਸ ਨੂੰ ਜ਼ਰੂਰ ਪਾਵੋਗੇ, ਦਸਤਕ ਦਿਓ ਤਾਂ ਦੁਆਰ ਤੁਹਾਡੇ ਲਈ ਜ਼ਰੂਰ ਖੁੱਲੇਗਾ। ਪ੍ਰੀਖਣ ਦੇ ਦੌਰਾਨ ਆਪਣੇ ਖਾਲੀ ਸਮੇਂ ਵਿੱਚ ਪੇਪਰ ਤੇ ਕਿਤਾਬਾਂ ਪੜ੍ਹੋ, ਜੋ ਤੁਹਾਡੇ ਲਈ ਬਹੁਤ ਉਪਯੋਗੀ ਰਹੇਗੀ। ਜੀਵਨ ਵਿੱਚ ਕੋਈ ਵੀ ਮਹਾਨ ਕੰਮ ਬਿਨਾਂ ਪ੍ਰੇਰਨਾ ਦੇ ਸੰਭਵ ਨਹੀਂ ਹੋ ਸਕਿਆ ਹੈ। ਇਹ ਧਿਆਨ ਰੱਖੋ ਕਿ ਪ੍ਰੀਖਣ ਅਵਧੀ ਦੇ 30 ਦਿਨਾਂ ਦੇ ਦੌਰਾਨ ਤੁਹਾਡੀ ਪ੍ਰੇਰਨਾ ਸ਼ੀਸ਼ ਬਿੰਦੂ ਤੱਕ ਰਹੇ। ਸਭ ਤੋਂ ਵੱਡੀ ਗੱਲ, ਚਿੰਤਾ ਬਿਲਕੁਲ ਵੀ ਨਾ ਕਰੋ, ਕਿਉਂਕਿ ਚਿੰਤਾ ਡਰ ਨੂੰ ਜਨਮ ਦਿੰਦੀ ਹੈ ਤੇ ਡਰ ਜੀਵਨ ਨੂੰ ਤੋੜ ਦਿੰਦਾ ਹੈ। ਯਾਦ ਰੱਖੋ, ਤੁਹਾਡਾ ਆਪਣਾ ਲਕਸ਼ ਆਪਣੇ ਸਾਹਮਣੇ ਬਿਲਕੁਲ ਸਪਸ਼ਟ ਰੱਖਣਾ ਹੈ। ਬਾਕੀ ਚੀਜ਼ਾਂ ਖੁਦ ਬ ਖੁਦ ਤੈਅ ਹੁੰਦੀਆਂ ਜਾਣਗੀਆਂ। ਇਹ ਵੀ ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਸ਼ਾਂਤ ਅਤੇ ਪ੍ਰਚਲਿਤ ਬਣੇ ਰਹੋ। ਕਿਸੇ ਵੀ ਛੋਟੀ ਵੱਡੀ ਗੱਲ ਦੀ ਇਜਾਜ਼ਤ ਨੂੰ ਨਾ ਦਿਓ ਕਿ ਉਹ ਤੁਹਾਨੂੰ ਪਰੇਸ਼ਾਨ ਜਾਂ ਖਿੰਨ ਕਰੇ ਜਾਂ ਮਾਰਗ ਤੋਂ ਹੀ ਹਟਾ ਦੇਵੇ। ਹੋ ਸਕਦਾ ਹੈ ਕਿ ਪ੍ਰੀਖਿਆ ਨੂੰ ਔਖਾ ਸਮਝ ਕੇ ਕੋਈ ਕਹੇ, ਮੈਂ ਇਸ ਦੀ ਚਿੰਤਾ ਕਿਉਂ ਕਰਾਂ? ਦੇਖੋ, ਜੀਵਨ ਵਿੱਚ ਕੁਝ ਵੀ ਅਸਫਲ ਨਹੀਂ ਰਹਿਣਾ ਚਾਹੀਦਾ। ਕੋਈ ਵੀ ਅੱਧ ਕਚਰਾ ਨਹੀਂ ਰਹਿਣਾ ਚਾਹੀਦਾ। ਕੋਈ ਨਹੀਂ ਚਾਹੁੰਦਾ ਕਿ ਜੀਵਨ ਚਿੰਤਾ, ਡਰ, ਨਿਰਾਸ਼ਾ ਨਾਲ ਭਰਿਆ ਹੋਵੇ। ਬਸ ਇਹੀ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਜੋ ਬੋਵੋਗੇ ਉਹੀ ਕੱਟੋਗੇ। ਜੇਕਰ ਤੁਸੀਂ ਨਕਾਰਾਤਮਕ ਵਿਚਾਰਾਂ ਦੀ ਫਸਲ ਬੀਜਦੇ ਹੋ ਤਾਂ ਤੁਸੀਂ ਨਕਾਰਾਤਮਕ ਸੋਚ ਨਾਲ ਹੀ ਭਰੇ ਰਹੋਗੇ। ਜੇਕਰ ਤੁਸੀਂ ਸਕਾਰਾਤਮਕ ਵਿਚਾਰਾਂ ਨੂੰ ਬੋਂਦੇ ਹੋ ਤਾਂ ਤੁਹਾਡਾ ਜੀਵਨ ਪ੍ਰਸ਼ੰਸਿਤ, ਸਫਲ ਅਤੇ ਸਕਾਰਾਤਮਕ ਬਣੇਗਾ। ਇੱਕ ਗੱਲ ਹੋਰ, ਅਕਸਰ ਇਹੋ ਜਿਹੀ ਪ੍ਰਵਿਰਤੀ ਦੇਖੀ ਤੇ ਸੁਣੀ ਜਾਂਦੀ ਹੈ। ਸੁਣੀਆਂ ਹੋਈਆਂ ਗੱਲਾਂ ਹੌਲੀ ਹੌਲੀ ਭੁੱਲਣ ਲੱਗਦੀਆਂ ਹਨ। ਇਸ ਕਰਕੇ ਇਸ ਰਿਕਾਰਡ ਵਿੱਚ ਵਜਾਉਂਦੇ ਹੋਏ ਆਪਣੇ ਆਪ ਨੂੰ ਯਾਦ ਕਰਵਾਉਂਦੇ ਰਹੋ ਕਿ ਨਵੀਂ ਆਦਤ ਨੂੰ ਪਾਉਣ ਲਈ ਤੁਹਾਨੂੰ ਕੀ ਕਰਨਾ ਹੈ। ਨਿਯਮਿਤ ਸਮੇਂ ਵਿੱਚ ਆਪਣੇ ਪੂਰੇ ਪਰਿਵਾਰ ਦੇ ਨਾਲ ਬੈਠ ਜਾਏ, ਇਸ ਰਿਕਾਰਡ ਨੂੰ ਵਜਾਉਂਦੇ ਸੁਣੋ। ਤੁਹਾਨੂੰ ਇਹ ਤੈਅ ਤਰ੍ਹਾਂ ਦੇ ਬਹੁਤ ਜਣੇ ਮਿਲਣਗੇ ਜੋ ਇਸ ਨਿਯਮ ਨੂੰ ਜਾਣੇ ਸਮਝੇ ਸਿੱਖੇ ਬਿਨਾਂ ਹੀ ਪੈਸਾ ਕਮਾਉਣਾ ਚਾਹੁੰਦੇ ਹਨ। ਇਹ ਉਦਾਂ ਦੇ ਲੋਕ ਹਨ ਜੋ ਬਿਨਾਂ ਕੁਝ ਮਿਹਨਤ ਕੀਤੇ, ਕੋਈ ਕੀਮਤ ਚੁਕਾਏ, ਮੁਫਤ ਵਿੱਚ ਹੀ ਬਹੁਤ ਕੁਝ ਪਾਣਾ ਚਾਹੁੰਦੇ ਹਨ। ਅਜਿਹੇ ਲੋਕ ਜੀਵਨ ਵਿੱਚ ਅਸਫਲ ਰਹਿੰਦੇ ਹਨ। ਇੱਥੇ ਜਾਇਜ਼ ਅਤੇ ਸਾਰਥਕ ਢੰਗ ਨਾਲ ਪੈਸਾ ਕਮਾਉਣ ਦਾ ਸਰਵੋਤਮ ਤਰੀਕਾ ਇਹ ਹੈ ਕਿ ਲੋਕਾਂ ਨੂੰ ਉਪਯੋਗੀ ਤੇ ਸਾਰਥਕ ਜ਼ਰੂਰੀ ਵਸਤਾਂ ਉਪਲਬਧ ਕਰਵਾਈਆਂ ਜਾਣ। ਅਸੀਂ ਆਪਣੇ ਉਤਪਾਦ ਅਤੇ ਸੇਵਾਵਾਂ ਦਾ ਨਿਰੀਖਣ ਹੀ ਲੋਕਾਂ ਦੇ ਪੈਸੇ ਦੇ ਨਾਲ ਕਰਦੇ ਹਾਂ। ਇਸ ਲਈ ਪ੍ਰਮਾਣਿਕ ਨਿਯਮਾਂ ਦੇ ਅਨੁਸਾਰ ਸਾਨੂੰ ਉਹੀ ਅਨੁਪਾਤ ਵਿੱਚ ਆਰਥਿਕ ਲਾਭ ਪ੍ਰਾਪਤ ਹੁੰਦਾ ਹੈ ਜਿਵੇਂ ਅਸੀਂ ਜਿਸ ਅਨੁਪਾਤ ਵਿੱਚ ਸੇਵਾ ਕਰਾਂਗੇ। ਸਫਲਤਾ ਕਦੀ ਵੀ ਪੈਸਾ ਕਮਾਉਣ ਦਾ ਪ੍ਰਮਾਣ ਨਹੀਂ ਹੈ, ਬਲਕਿ ਇਸ ਦੇ ਵਿਪਰੀਤ ਸਫਲਤਾ ਦੇ ਪਰਿਣਾਮ ਸਰੂਪ ਹੀ ਪੈਸਾ ਕਮਾ ਪਾਉਂਦੇ ਹਾਂ। ਸਫਲਤਾ ਸਾਨੂੰ ਉਸੇ ਅਨੁਪਾਤ ਵਿੱਚ ਹਾਸਿਲ ਹੋਵੇਗੀ ਜਿਸ ਅਨੁਪਾਤ ਵਿੱਚ ਅਸੀਂ ਮਿਹਨਤ ਕਰਾਂਗੇ, ਲੋਕਾਂ ਨੂੰ ਆਪਣੀਆਂ ਸੇਵਾਵਾਂ ਉਪਲਬਧ ਕਰਾਵਾਂਗੇ। ਜ਼ਿਆਦਾਤਰ ਲੋਕ ਇਸ ਨਿਯਮ ਨੂੰ ਉਲਟਾ ਸਮਝਦੇ ਹਨ। ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਜਦ ਤੁਸੀਂ ਭਰਪੂਰ ਪੈਸਾ ਕਮਾ ਰਹੇ ਹੋ ਤਾਂ ਤੁਸੀਂ ਸਫਲ ਹੋ, ਜਦਕਿ ਸੱਚਾਈ ਇਹ ਹੈ ਕਿ ਪੈਸਾ ਤੁਸੀਂ ਤਾਂ ਹੀ ਕਮਾ ਸਕਦੇ ਹੋ ਕਿ ਪਹਿਲਾਂ ਤੁਸੀਂ ਸਫਲਤਾ ਪ੍ਰਾਪਤ ਕਰ ਲਵੋ। ਨਹੀਂ ਤਾਂ ਉਸ ਆਦਮੀ ਦੀ ਕਹਾਣੀ ਦਾ ਉਦਾਹਰਣ ਨਹੀਂ ਬਣੇਗਾ ਜੋ ਅੰਗੀਠੀ ਦੇ ਕੋਲ ਬੈਠ ਗਿਆ ਤੇ ਫਿਰ ਕਹਿਣ ਲੱਗਾ, ਪਹਿਲਾਂ ਮੈਨੂੰ ਅੱਗ ਦਿਓ, ਫਿਰ ਮੈਂ ਲੱਕੜਾਂ ਪਾਵਾਂਗਾ। ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਲੋਕਾਂ ਦਾ ਜੀਵਨ ਪ੍ਰਤੀ ਅਜਿਹਾ ਰਵੱਈਆ ਹੋਵੇਗਾ?
ਉਹਨਾਂ ਦੀ ਸੰਖਿਆ ਕਰੋੜਾਂ ਵਿੱਚ ਹੋਵੇਗੀ। ਜਦ ਕਿ ਸਾਨੂੰ ਪਹਿਲਾਂ ਹੀ ਇਹ ਸਮਝਣਾ ਚਾਹੀਦਾ ਹੈ ਕਿ ਪਹਿਲਾਂ ਲੱਕੜਾਂ ਪਾਉਣ ਨਾਲ ਹੀ ਸਾਨੂੰ ਅੱਗ ਮਿਲੇਗੀ। ਉਸੇ ਤਰ੍ਹਾਂ ਸਾਨੂੰ ਆਪਣੇ ਸੇਵਾ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਫਿਰ ਪੈਸਿਆਂ ਦੀ ਉਮੀਦ ਕਰਨੀ ਚਾਹੀਦੀ ਹੈ। ਆਪਣੇ ਆਪ ਨੂੰ ਕਦੀ ਪੈਸਿਆਂ ਨਾਲ ਨਾ ਜੋੜੋ, ਬਲਕਿ ਪ੍ਰਸ਼ਨ ਸੇਵਾ, ਕੰਮ ਤੇ ਸੁਪਨੇ ਅਤੇ ਉਹਨਾਂ ਨੂੰ ਸਾਕਾਰ ਕਰਨ ਦੀ ਦਿਸ਼ਾ ਨਾਲ ਜੋੜੋ। ਤੁਸੀਂ ਏਦਾਂ ਕਰਦੇ ਦੇਖੋ ਤੇ ਫਿਰ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਕਿੰਨੀ ਪ੍ਰਚਲਿਤ ਸੰਪਤੀ ਸਮਰਿੱਧੀ ਆਉਂਦੀ ਹੈ। ਸਮਰਿੱਧੀ ਵੀ ਪਰਸਪਰ ਨਿਯਮ ਤੇ ਹੀ ਆਧਾਰਿਤ ਹੈ। ਕੋਈ ਵੀ ਵਿਅਕਤੀ ਪਰਸਪਰ ਨਿਯਮ ਲਈ ਯੋਗਦਾਨ ਕਰਦਾ ਹੈ, ਉਹ ਖੁਦ ਨੂੰ ਸਮਰਿੱਧ ਬਣਾਉਂਦਾ ਹੈ। ਕਦੀ ਕਦੀ ਅਜਿਹਾ ਹੋ ਸਕਦਾ ਹੈ ਕਿ परिणाम ਤੁਹਾਨੂੰ ਉਹਨਾਂ ਲੋਕਾਂ ਕੋਲੋਂ ਨਾ ਮਿਲਣ ਜਿਨ੍ਹਾਂ ਦੀ ਤੁਸੀਂ ਸੇਵਾ ਕਰ ਰਹੇ ਹੋ, ਬਲਕਿ ਕਿਸੇ ਹੋਰ ਜਗ੍ਹਾ ਤੋਂ ਮਿਲੇ, ਕਿਉਂਕਿ ਅਜਿਹਾ ਨਿਯਮ ਹੈ ਕਿ ਹਰੇਕ ਕਿਰਿਆ ਦੇ ਸਮਾਨ ਅਤੇ ਉਸ ਦੀ ਉਲਟੀ ਪ੍ਰਕਿਰਿਆ ਵੀ ਹੁੰਦੀ ਹੈ। 30 ਦਿਨਾਂ ਦੀ ਪ੍ਰੀਖਣ ਅਵਧੀ ਤੋਂ ਇੱਕ ਦਿਨ ਗੁਜ਼ਰਦੇ ਹੋਏ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਤੁਹਾਨੂੰ ਸਫਲਤਾ ਹਮੇਸ਼ਾ ਉਸ ਸੇਵਾ ਦੇ परिणाम ਅਤੇ ਗੁਣਵੱਤਾ ਨਾਲ ਮਾਪੀ ਜਾਏਗੀ ਜੋ ਤੁਸੀਂ ਲੋਕਾਂ ਨੂੰ ਉਪਲਬਧ ਕਰਵਾਉਂਦੇ ਹੋ। ਤੇ ਪੈਸਾ ਸਿਰਫ ਇਸ ਸੇਵਾ ਨੂੰ ਮਾਪਣ ਦਾ ਇੱਕ ਪੈਮਾਨਾ ਹੈ। ਕੋਈ ਵੀ ਵਿਅਕਤੀ ਉਨੀ ਦੇਰ ਤੱਕ ਸਮਰਿੱਧ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਹੋਰਾਂ ਨੂੰ ਸਮਰਿੱਧ ਨਾ ਕਰੇ। ਇਸ ਨਿਯਮ ਵਿੱਚ ਕੋਈ ਅਪਵਾਦ ਨਹੀਂ ਹੈ। ਕਈ ਵਾਰ ਇਹ ਨਿਯਮ ਚੰਗੀ ਤਰ੍ਹਾਂ ਸਮਝ ਲਿਆ ਜਾਏ ਤਾਂ ਕੋਈ ਵੀ ਵਿਚਾਰਵਾਨ ਵਿਅਕਤੀ ਆਪਣਾ ਭਾਗਿਆ ਖੁਦ ਬਦਲ ਸਕਦਾ ਹੈ। ਜੇਕਰ ਉਹ ਜ਼ਿਆਦਾ ਚਾਹੁੰਦਾ ਹੈ ਤਾਂ ਲੋਕਾਂ ਨੂੰ ਹੋਰ ਜ਼ਿਆਦਾ ਸੇਵਾ ਉਪਲਬਧ ਕਰਵਾਈ ਹੋਵੇਗੀ, ਲੇਕਿਨ ਜੇ ਉਹ ਘੱਟ ਦੀ ਚਾਹਤ ਰੱਖਦਾ ਹੈ ਤਾਂ ਉਸ ਦੀ ਸੇਵਾ ਦੇ परिणाम ਵਿੱਚ ਵੀ ਕਮੀ ਹੋਵੇਗੀ। ਇਹੀ ਉਹ ਮੁੱਲ ਹੈ ਜਿਸ ਨੂੰ ਆਪਣੀ ਇੱਛਾਵਾਂ ਤੇ ਚਾਹਤ ਲਈ ਚੁਕਾਉਣਾ ਹੋਵੇਗਾ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਦੂਸਰਿਆਂ ਨੂੰ ਬਾਈਪਾਸ ਕਰਕੇ ਖੁਦ ਨੂੰ ਸਮਰਿੱਧ ਕਰ ਲਵੋਗੇ ਤਾਂ ਇਹ ਤੁਹਾਡੀ ਭੁੱਲ ਹੈ। ਇਸ ਨਾਲ ਤੁਸੀਂ ਖੁਦ ਨੂੰ ਵੀ ਬਾਈਪਾਸ ਕਰ ਰਹੇ ਹੋ। ਉਹ ਬਿਲਕੁਲ ਸਾਹ ਲੈਣ ਅਤੇ ਛੱਡਣ ਵਾਂਗ ਹੀ ਸੱਚ ਹੈ ਕਿ ਤੁਸੀਂ ਜਿੰਨਾ ਦੇਵੋਗੇ ਉਨਾ ਹੀ ਵਾਪਸ ਮਿਲੇਗਾ। ਤੁਸੀਂ ਇਸ ਨਿਯਮ ਨੂੰ ਉਲਟਾ ਸਕਦੇ ਹੋ। ਏਦਾਂ ਕਦੀ ਭੁੱਲ ਕੇ ਵੀ ਨਾ ਸੋਚਣਾ, ਕਿਉਂਕਿ ਇਹ ਅਸੰਭਵ ਹੈ। ਇੱਕ ਜਾਣੇ ਮਾਣੇ ਮਨੋਚਿਕਿਤਸਕ ਨੇ ਸਫਲਤਾ ਲਈ 6 ਸੂਤਰ ਦੱਸੇ ਹਨ। ਨੰਬਰ 1, ਇੱਕ ਨਿਸ਼ਚਿਤ ਲਕਸ਼ ਨਿਰਧਾਰਿਤ ਕਰੋ। ਨੰਬਰ 2, ਆਪਣੇ ਨੂੰ ਘੱਟ ਆਂਕਣ ਵਾਲੀ ਨਕਾਰਾਤਮਕ ਸੋਚ ਨੂੰ ਹੀ ਤਿਆਗ ਦਿਓ। ਨੰਬਰ 3, ਉਹਨਾਂ ਸਾਰੇ ਕਾਰਨਾਂ ਅਤੇ ਵਿਚਾਰਾਂ ਤੇ ਵਿਚਾਰ ਕਰਨਾ ਹੀ ਬੰਦ ਕਰ ਦਿਓ ਜੋ ਆਸ਼ੰਕਾ ਦੱਸਦੇ ਹਨ ਕਿ ਤੁਸੀਂ ਸਫਲ ਨਹੀਂ ਹੋ ਸਕਦੇ। ਇਸ ਦੀ ਥਾਂ ਤੇ ਉਹਨਾਂ ਕਾਰਨਾਂ ਬਾਰੇ ਸੋਚੋ ਜੋ ਤੁਹਾਨੂੰ ਸਫਲ ਹੋਣ ਦਾ ਵਿਸ਼ਵਾਸ ਦਿਵਾਉਂਦੇ ਹਨ। ਜੇਕਰ ਨਕਾਰਾਤਮਕ ਵਿਚਾਰ ਹੀ ਤੁਹਾਡੇ ਤੇ ਹਾਵੀ ਹਨ ਤਾਂ ਆਪਣੇ ਬਚਪਨ ਦੇ ਦਿਨਾਂ ਵਿੱਚ ਵਾਪਸ ਆਉਂਦੇ ਉਹਨਾਂ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜਿਸ ਦੇ ਕਾਰਨ ਪਹਿਲ ਤੁਹਾਡੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਤੁਸੀਂ ਸਫਲ ਨਹੀਂ ਹੋ ਸਕਦੇ। ਕਿਸੇ ਐਸੇ ਵਿਅਕਤੀ ਦਾ ਵਰਣਨ ਲਿਖ ਕੇ ਜਿਸ ਨੂੰ ਤੁਸੀਂ ਆਦਰਸ਼ ਰੂਪ ਵਿੱਚ ਅਪਣਾਉਣਾ ਚਾਹੁੰਦੇ ਹੋ, ਆਪਣੇ ਵਿਸ਼ੇ ਵਿੱਚ ਆਪਣੀ ਧਾਰਨਾ ਨੂੰ ਬਦਲੋ। ਤੁਸੀਂ ਜਿਸ ਆਦਰਸ਼ ਵਿਅਕਤੀ ਦਾ ਅਨੁਸਰਨ ਕਰਨ ਦਾ ਫੈਸਲਾ ਕੀਤਾ ਹੈ ਉਸ ਦੀ ਜਗ੍ਹਾ ਤੇ ਖੁਦ ਨੂੰ ਰੱਖ ਕੇ ਸੋਚੋ ਅਤੇ ਉਸ ਦਾ ਅਭਿਨੈ ਕਰੋ। ਮਾਨਵ ਸਭਿਅਤਾ, ਗਿਆਨ ਤੇ ਇਤਿਹਾਸ ਦੀ ਸ਼ੁਰੂਆਤ ਵਿੱਚ ਵੀ ਵਿਸ਼ੇਸ਼ਗਤ ਲੋਕਾਂ ਨੇ ਜੋ ਕੁਝ ਕਿਹਾ ਹੈ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਜਿਸ ਤਰ੍ਹਾਂ ਦਾ ਬਣਨਾ ਚਾਹੁੰਦੇ ਹੋ ਉਸੇ ਤਰ੍ਹਾਂ ਬਣਨ ਦੀ ਕੀਮਤ ਚੁਕਾਓ। ਇਹ ਕੰਮ ਨਿਸ਼ਚਿਤ ਰੂਪ ਵਿੱਚ ਓਨਾ ਮੁਸ਼ਕਿਲ ਨਹੀਂ ਹੈ ਜਿੰਨਾ ਕਿ ਤੁਸੀਂ ਕਿਸੇ ਅਸਫਲ ਨਾਕਾਮਯਾਬ ਵਿਅਕਤੀ ਦੇ ਰੂਪ ਵਿੱਚ ਜੀਵਨ ਜੀਣਾ। 30 ਦਿਨਾਂ ਦਾ ਪ੍ਰੀਖਣ ਪੂਰਾ ਕਰੋ। ਇਸ ਨੂੰ ਦੁਹਰਾਓ ਤੇ ਬਾਰ-ਬਾਰ ਦੁਹਰਾਓ। ਹਰ ਵਾਰ ਇਹ ਆਦਤ ਤੁਹਾਡੇ ਵਿੱਚ ਆਤਮ ਸਾਧ ਹੁੰਦੀ ਜਾਏਗੀ।
ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ ਅਜਿਹਾ ਵੀ ਆਏਗਾ ਜਦ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਤੁਸੀਂ ਕਿਸੇ ਹੋਰ ਢੰਗ ਨਾਲ ਜੀਵਨ ਕਿਸ ਤਰ੍ਹਾਂ ਬਤੀਤ ਕਰ ਰਹੇ ਸੀ। ਇਸ ਨਵੇਂ ਢੰਗ ਨਾਲ ਜੀਵਨ ਸ਼ੁਰੂ ਕਰੋ, ਪਰ ਚੋਲਤਾ ਦਾ ਦੁਆਰ ਤੁਹਾਡੇ ਲਈ ਆਪਣੇ ਆਪ ਹੀ ਖੁੱਲੇਗਾ ਅਤੇ ਚਾਰੇ ਪਾਸਿਆਂ ਤੋਂ ਸੁਖ ਸਮਰਿੱਧੀ ਦੀ ਅਜਿਹੀ ਵਰਖਾ ਹੋਵੇਗੀ ਜਿਸ ਦੇ ਬਾਰੇ ਤੁਸੀਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਪੈਸਾ ਬਹੁਤ ਮਿਲੇਗਾ, ਲੇਕਿਨ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ ਅਤੇ ਨਿਯਮ ਅਪਣਾ ਕੇ ਤੁਸੀਂ ਗਿਣੇ ਚੁਣੇ ਲੋਕਾਂ ਵਿੱਚ ਸ਼ਾਮਿਲ ਹੋ ਜਾਓਗੇ ਜੋ ਸ਼ਾਂਤ, ਆਨੰਦਪੂਰਨ ਤੇ ਸਫਲ ਜੀਵਨ ਬਤੀਤ ਕਰ ਰਹੇ ਹਨ। ਅੱਜ ਤੋਂ ਹੀ ਆਰੰਭ ਕਰੋ, ਬਟ ਯਾਦ ਰੱਖੋ, ਗਵਾਉਣ ਲਈ ਤੁਹਾਡੇ ਕੋਲ ਕੁਝ ਨਹੀਂ ਹੈ, ਬਲਕਿ ਪਾਉਣ ਲਈ ਨਵਾਂ ਜੀਵਨ ਤੁਹਾਡੇ ਸਾਹਮਣੇ ਹੈ। You have nothing to lose but a whole life to win। ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਉਦਾਂ ਦੇ ਹੀ ਹੋ ਜਾਂਦੇ ਹਾਂ।